ਵਿਸ਼ਵ ਪ੍ਰਸਿੱਧ ਲੇਖਕ ਕ੍ਰਿਸ਼ਨ ਚੰਦਰ ਦਾ ਮਸ਼ਹੂਰ ਹਾਸ ਵਿਅੰਗ ਨਾਵਲ ਇੱਕ ਗਧੇ ਦੀ ਆਤਮ ਕਥਾ। ਅਨੁਵਾਦਕ ਨੇ ਮਹਿੰਦਰ ਬੇਦੀ, ਜੈਤੋਂ। ਇਸ ਨੂੰ ਪੜ੍ਹਨ ਨਾਲ ਬਹੁਤਿਆਂ ਦਾ ਭਲਾ ਹੋਏਗਾ। ਸ਼੍ਰੀਮਾਨ ਜੀਓ, ਨਾ ਮੈਂ ਕੋਈ ਸਾਧੂ ਸੰਨਿਆਸੀ ਹਾਂ, ਨਾ ਹੀ ਕੋਈ ਮਹਾਤਮਾ ਧਰਮਾਤਮਾ, ਨਾ ਸ਼੍ਰੀ ਸਵਾਮੀ 108, ਸਵਾਮੀ ਗਹਿਮਾ ਨੰਦ ਦਾ ਚੇਲਾ ਜਾਂ ਜੜੀ ਬੂਟੀਆਂ ਵਾਲਾ ਸੂਫੀ ਗੁਰਮੁਖ ਸਿੰਘ ਮਝੇਲਾ ਹਾਂ। ਨਾ ਮੈਂ ਵੈਦ ਹਾਂ, ਨਾ ਕੋਈ ਡਾਕਟਰ, ਨਾ ਕੋਈ ਫਿਲਮ ਸਟਾਰ ਹਾਂ, ਨਾ ਸਿਆਸੀ ਨੇਤਾ। ਮੈਂ ਤਾਂ ਸਿਰਫ ਇੱਕ ਗਧਾ ਹਾਂ, ਜਿਸ ਨੂੰ ਬਚਪਨ ਦੇ ਮਾੜੇ ਕਰਮਾਂ ਸਦਕਾ ਅਖਬਾਰ ਪੜ੍ਹਨ ਦੀ ਘਾਤਕ ਬਿਮਾਰੀ ਲੱਗ ਗਈ ਸੀ, ਜੋ ਵੱਧਦੀ ਇੱਥੋਂ ਤੱਕ ਗਈ ਕਿ ਮੈਂ ਇੱਟਾਂ ਢੋਣ ਦਾ ਕੰਮ ਛੱਡ ਕੇ ਸਿਰਫ ਅਖਬਾਰ ਪੜ੍ਹਨਾ ਸ਼ੁਰੂ ਕਰ ਦਿੱਤਾ। ਉਹਨਾਂ ਦਿਨਾਂ ਵਿੱਚ ਮੇਰਾ ਮਾਲਕ ਤੱਬੂ ਘੁਮਿਆਰ ਸੀ, ਜਿਹੜਾ ਬਾਰਾਬਾਂਕੀ ਵਿੱਚ ਰਹਿੰਦਾ ਸੀ, ਜਿੱਥੋਂ ਦੇ ਗਧੇ ਬੜੇ ਮਸ਼ਹੂਰ ਨੇ, ਤੇ ਸੈਯਦ ਕਰਾਮਤ ਅਲੀ ਸ਼ਾਹ ਆਰ ਬੈਟ ਅਲਾ ਦੀ ਕੋਠੀ ਵਿੱਚ ਇੱਟਾਂ ਢੋਣ ਦਾ ਕੰਮ ਕਰਦਾ ਸੀ। ਸੈਯਦ ਕਰਾਮਤ ਅਲੀ ਸ਼ਾਹ ਲਖਨਊ ਦੇ ਇੱਕ ਮੰਨੇ ਹੋਏ ਬੈਰਿਸਟਰ ਸਨ ਅਤੇ ਆਪਣੀ ਜੱਦੀ ਪੁਸ਼ਤੀ ਨਗਰ ਬਾਰਾਬਾਂਕੀ ਵਿੱਚ ਇੱਕ ਆਲੀਸ਼ਾਨ ਕੋਠੀ ਖੁਦ ਆਪਣੀ ਨਿਗਰਾਨੀ ਵਿੱਚ ਬਣਵਾ ਰਹੇ ਸਨ। ਸੈਯਦ ਸ਼ਾਹ ਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਂਕ ਸੀ, ਇਸ ਲਈ ਉਹਨਾਂ ਦੀ ਕੋਠੀ ਦਾ ਜਿਹੜਾ ਹਿੱਸਾ ਉਹਨਾਂ ਨੇ ਸਭ ਤੋਂ ਪਹਿਲਾਂ ਬਣਵਾਇਆ, ਉਹਨਾਂ ਦੀ ਲਾਇਬ੍ਰੇਰੀ ਦਾ ਹਾਲ ਰੂਮ ਤੇ ਰੀਡਿੰਗ ਰੂਮ ਸੀ, ਜਿਸ ਵਿੱਚ ਉਹ ਸਵੇਰ ਨਾਲ ਆ ਕੇ ਬੈਠ ਜਾਂਦੇ। ਉਹ ਬਾਹਰ ਵਰਾਂਡੇ ਵਿੱਚ ਕੁਰਸੀ ਢਾਹ ਕੇ ਅਖਬਾਰ ਪੜ੍ਹਦੇ ਤੇ ਇੱਟਾਂ ਢੋਣ ਵਾਲੇ ਦੀ ਨਿਗਰਾਨੀ ਵੀ ਕਰਦੇ ਰਹਿੰਦੇ। ਉਹਨੀ ਦਿਨੀ ਮੈਨੂੰ ਅਖਬਾਰ ਪੜ੍ਹਨ ਦਾ ਚਸਕਾ ਲੱਗਾ। ਹੁੰਦਾ ਆਮ ਤੌਰ 'ਤੇ ਇੰਜ ਸੀ ਕਿ ਮੈਂ ਇੱਧਰ ਉਸਾਰੀ ਜਾ ਰਹੀ ਕੰਧ ਕੋਲ ਇੱਟਾਂ ਸੁੱਟੀਆਂ ਤੇ ਉੱਧਰ ਭੱਜਦਾ ਹੋਇਆ ਰੀਡਿੰਗ ਰੂਮ ਵੱਲ ਚਲਾ ਗਿਆ। ਬੈਰਿਸਟਰ ਸਾਹਿਬ ਅਖਬਾਰ ਪੜ੍ਹਨ ਵਿੱਚ ਇੰਨੇ ਲੀਨ ਸਨ ਕਿ ਉਹਨਾਂ ਨੂੰ ਮੇਰੇ ਆਉਣ ਦਾ ਪਤਾ ਵੀ ਨਾ ਲੱਗਦਾ ਤੇ ਮੈਂ ਉਹਨਾਂ ਦੇ ਪਿੱਛੇ ਖਲੋ ਕੇ ਅਖਬਾਰ ਦਾ ਅਧਿਐਨ ਸ਼ੁਰੂ ਕਰ ਦਿੰਦਾ। ਵੱਧਦਾ ਇਹ ਸ਼ੌਂਕ ਇੱਥੋਂ ਤੱਕ ਵੱਧ ਗਿਆ ਕਿ ਕਈ ਵਾਰ ਮੈਂ ਬੈਰਿਸਟਰ ਸਾਹਿਬ ਤੋਂ ਪਹਿਲਾਂ ਹੀ ਅਖਬਾਰ ਪੜ੍ਹਨ ਲਈ ਪਹੁੰਚ ਜਾਂਦਾ। ਬਲਕਿ ਅਕਸਰ ਇੰਜ ਵੀ ਹੁੰਦਾ ਕਿ ਅਖਬਾਰ ਦਾ ਪਹਿਲਾ ਪੰਨਾ ਮੈਂ ਪੜ੍ਹ ਰਿਹਾ ਹੁੰਦਾ ਤੇ ਉਹ ਸਿਨੇਮੇ ਦੇ ਇਸ਼ਤਿਹਾਰਾਂ ਵਾਲੇ ਪੰਨੇ ਨੂੰ ਵਾਚ ਰਹੇ ਹੁੰਦੇ। ਮੈਂ ਕਹਿ ਰਿਹਾ ਹੁੰਦਾ, ਓਹ ਈਡਨ, ਆਈਜ਼ ਵਾਹਰ, ਬੁਲਗਾਨੀਨ ਫੇਰ ਮੁਲਾਕਾਤ ਕਰਾਂਗੇ, ਤੇ ਉਹ ਕਹਿ ਰਹੇ ਹਨ, ਆਹ ਹਜ਼ਰਤਗੰਜ 'ਚ ਦਲੀਪ ਕੁਮਾਰ ਤੇ ਨਿੰਮੀ ਦੀ ਨਵੀਂ ਫਿਲਮ ਆ ਰਹੀ ਹੈ। ਮੈਂ ਕਹਿ ਰਿਹਾ ਹੁੰਦਾ, ਚ ਸਿਕੰਦਰੀਆ ਦੀ ਹਵਾਈ ਦੁਰਘਟਨਾ 'ਚ 12 ਮੁਸਾਫਿਰ ਮਾਰੇ ਗਏ, ਤੇ ਉਹ ਕਹਿ ਰਹੇ ਹੁੰਦੇ, ਉਫ, ਸੋਨੇ ਦਾ ਭਾਅ ਫੇਰ ਵੱਧ ਗਿਆ ਏ। ਬਸ ਇਸੇ ਤਰ੍ਹਾਂ ਸਾਡਾ ਇਹ ਸਿਲਸਿਲਾ ਚੱਲਦਾ ਰਿਹਾ, ਇੱਥੋਂ ਤੱਕ ਕਿ ਮੇਰਾ ਮਾਲਕ ਇੱਟਾਂ ਗਿਣ ਕੇ ਤੇ ਮਿਸਤਰੀ ਦੇ ਹਵਾਲੇ ਕਰਕੇ ਵਾਪਸ ਆ ਜਾਂਦਾ ਤੇ ਮੇਰੀ ਪਿੱਠ 'ਤੇ ਜ਼ੋਰ ਨਾਲ ਇੱਕ ਡੰਡਾ ਮਾਰ ਕੇ ਮੈਨੂੰ ਫਿਰ ਇੱਟਾਂ ਢੋਣ ਲਈ ਲੈ ਜਾਂਦਾ। ਪਰ ਬੈਰਿਸਟਰ ਸਾਹਿਬ ਮੈਨੂੰ ਕੁਝ ਨਾ ਕਹਿੰਦੇ। ਦੂਜੇ ਫੇਰੇ ਵਿੱਚ ਜਦੋਂ ਮੈਂ ਵਾਪਸ ਆਉਂਦਾ ਤਾਂ ਉਹ ਖੁਦ ਅਖਬਾਰ ਦਾ ਪੰਨਾ ਚੁੱਕ ਕੇ ਮੈਨੂੰ ਦੇ ਦਿੰਦੇ, ਤੇ ਜੇ ਮੈਂ ਪੂਰਾ ਪੜ੍ਹ ਚੁੱਕਿਆ ਹੁੰਦਾ ਤਾਂ ਅੰਦਰੋਂ ਲਾਇਬ੍ਰੇਰੀ ਵਿੱਚੋਂ ਕੋਈ ਕਿਤਾਬ ਕੱਢ ਕੇ ਲੈ ਆਉਂਦੇ ਤੇ ਉੱਚੀ ਪੜ੍ਹਨਾ ਸ਼ੁਰੂ ਕਰ ਦਿੰਦੇ। ਮੈਂ ਜੋ ਪੜ੍ਹਨਾ ਤੇ ਬੋਲਣਾ ਸਿੱਖਿਆ ਹਾਂ, ਇਸ ਵਿੱਚ ਸੈਯਦ ਸਾਹਿਬ ਦਾ ਹੀ ਚਮਤਕਾਰ ਸਮਝੋ ਜਾਂ ਉਹਨਾਂ ਦੀ ਕਿਰਪਾ ਦ੍ਰਿਸ਼ਟੀ, ਕਿਉਂਕਿ ਸੈਯਦ ਸਾਹਿਬ ਨੂੰ ਅਖਬਾਰ ਪੜ੍ਹਦਿਆਂ ਹੋਇਆ ਖਬਰਾਂ 'ਤੇ ਬਹਿਸ ਕਰਨ ਤੇ ਕਿਤਾਬ ਨੂੰ ਉੱਚੀ ਆਵਾਜ਼ 'ਚ ਪੜ੍ਹਨ ਤੇ ਪੜ੍ਹਦਿਆਂ ਹੋਇਆਂ ਉਸ ਉੱਤੇ ਟਿੱਪਣੀ ਕਰਨ ਦੀ ਬੁਰੀ ਆਦਤ ਸੀ। ਇੱਥੇ ਜਿਸ ਜਗ੍ਹਾ ਉਹ ਕੋਠੀ ਬਣਾ ਰਹੇ ਸੀ, ਉਹਨਾਂ ਨੂੰ ਕੋਈ ਅਜਿਹਾ ਆਦਮੀ ਨਹੀਂ ਮਿਲਿਆ ਜਿਸ ਨਾਲ ਉਹ ਅਜਿਹੀ ਬਹਿਸ ਕਰ ਸਕਦੇ। ਇੱਥੇ ਹਰੇਕ ਬੰਦਾ ਆਪੋ ਆਪਣੇ ਕੰਮ ਧੰਦੇ ਵਿੱਚ ਉਲਝਿਆ ਹੋਇਆ ਸੀ। ਬਸ ਮੈਂ ਇੱਕ ਗਧਾ ਉਹਨਾਂ ਨੂੰ ਮਿਲਿਆ ਤੇ ਇਸ ਵਿੱਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਅਸਲ ਵਿੱਚ ਉਹ ਸਿਰਫ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਸਨ, ਕਿਸੇ ਨਾਲ ਆਪਣਾ ਮਨ ਫਰੋਲਣਾ ਚਾਹੁੰਦੇ ਸਨ। ਸੈਯਦ ਸਾਹਿਬ ਮੇਰੇ ਪ੍ਰਤੀ ਬੜਾ ਮੋਹ ਦਿਖਾਉਂਦੇ ਸਨ ਤੇ ਅਕਸਰ ਕਹਿੰਦੇ ਸਨ, ਅਫਸੋਸ ਤੁਸੀਂ ਗਧੇ ਹੋ, ਜੇ ਆਦਮੀ ਦੇ ਬੱਚੇ ਹੁੰਦੇ ਤਾਂ ਮੈਂ ਤੁਹਾਨੂੰ ਆਪਣਾ ਬੇਟਾ ਬਣਾ ਲੈਂਦਾ। ਸੈਯਦ ਸਾਹਿਬ ਦੇ ਕੋਈ ਬਾਲ ਬੱਚਾ ਨਹੀਂ ਸੀ। ਖੈਰ, ਸਾਹਿਬ ਕਰਨੀ ਭਗਵਾਨ ਦੀ ਇਹ ਹੋਈ ਕਿ ਇੱਕ ਦਿਨ ਸੈਯਦ ਕਰਾਮਤ ਅਲੀ ਸ਼ਾਹ ਦੀ ਕੋਠੀ ਤਿਆਰ ਹੋ ਗਈ। ਫਿਰ ਉਸੇ ਰਾਤ ਤੱਬੂ ਘੁਮਿਆਰ ਨੇ ਤਾੜੀ ਪੀ ਕੇ ਮੈਨੂੰ ਡੰਡੇ ਨਾਲ ਖੂਬ ਖੜਕਾਇਆ, ਘਰੋਂ ਬਾਹਰ ਕੱਢ ਦਿੱਤਾ ਤੇ ਖਾਣ ਲਈ ਘਾਹ ਵੀ ਨਾ ਦਿੱਤਾ। ਮੇਰਾ ਦੋਸ਼ ਇਹ ਸੀ ਕਿ ਮੈਂ ਇੱਟਾਂ ਘੱਟ ਢੋਂਦਾ ਸੀ ਤੇ ਅਖਬਾਰ ਵੱਧ ਪੜ੍ਹਦਾ ਸੀ, ਤੇ ਕਿਹਾ, ਮੈਨੂੰ ਇੱਟਾਂ ਢੋਣ ਵਾਲਾ ਗਧਾ ਚਾਹੀਦਾ ਹੈ, ਅਖਬਾਰ ਪੜ੍ਹਨ ਵਾਲਾ ਗਧਾ ਨਹੀਂ ਚਾਹੀਦਾ। ਸਾਰੀ ਰਾਤ ਭੁੱਖਾ ਪਿਆਸਾ ਮੈਂ ਤੱਬੂ ਘੁਮਿਆਰ ਦੇ ਘਰ ਦੇ ਬਾਹਰ ਠੰਡ ਵਿੱਚ ਠਰਦਾ ਰਿਹਾ। ਮੈਂ ਫੈਸਲਾ ਕਰ ਲਿਆ ਕਿ ਦਿਨ ਚੜ੍ਹਦਿਆਂ ਹੀ ਸੈਯਦ ਸ਼ਾਹ ਦੀ ਕੋਠੀ ਜਾਵਾਂਗੇ ਤੇ ਉਹਨਾਂ ਨੂੰ ਕਹਾਂਗਾ ਕਿ ਇੱਟਾਂ ਢੋਣ ਤੇ ਨਹੀਂ ਤਾਂ ਕਿਤਾਬਾਂ ਢੋਣ ਤੇ ਹੀ ਮੈਨੂੰ ਆਪਣਾ ਨੌਕਰ ਰੱਖ ਲਓ। ਸ਼ੇਕਸਪੀਅਰ ਤੋਂ ਲੈ ਕੇ ਬੇਟਬ ਭੁੱਖੀ ਤੱਕ ਮੈਂ ਹਰੇਕ ਲੇਖਕ ਦੀਆਂ ਕਿਤਾਬਾਂ ਪੜ੍ਹੀਆਂ ਨੇ ਤੇ ਜੋ ਕੁਛ ਮੈਂ ਉਹਨਾਂ ਲੇਖਕਾਂ ਬਾਰੇ ਜਾਣਦਾ ਹਾਂ, ਉਹ ਕੋਈ ਹੋਰ ਗਧਾ ਨਹੀਂ ਜਾਣ ਸਕਦਾ। ਮੈਨੂੰ ਪੂਰੀ ਆਸ ਸੀ ਕਿ ਸੈਯਦ ਸਾਹਿਬ ਤੁਰੰਤ ਮੈਨੂੰ ਰੱਖ ਲੈਣਗੇ,
ਪਰ ਕਿਸਮਤ ਦੀ ਗੱਲ ਦੇਖੋ ਕਿ ਜਦ ਸੈਯਦ ਸਾਹਿਬ ਦੀ ਕੋਠੀ ਪਹੁੰਚਿਆ ਤਾਂ ਪਤਾ ਲੱਗਾ ਕਿ ਰਾਤੀ ਫਸਾਦੀਆਂ ਨੇ ਕੋਠੀ ਉੱਤੇ ਹਮਲਾ ਕੀਤਾ ਤੇ ਸੈਯਦ ਸ਼ਾਹ ਨੂੰ ਆਪਣੀ ਜਾਨ ਬਚਾ ਕੇ ਪਾਕਿਸਤਾਨ ਭੱਜਣਾ ਪਿਆ। ਫਸਾਦੀਆਂ ਵਿੱਚ ਲਾਹੌਰ ਦੇ ਗੰਡਾ ਸਿੰਘ ਫਲ ਵਿਕਰੇਤਾ ਵੀ ਸਨ, ਜਿਨ੍ਹਾਂ ਦੀ ਲਾਹੌਰੀ ਦਰਵਾਜ਼ੇ ਦੇ ਬਾਹਰ ਫਲਾਂ ਦੀ ਬੜੀ ਵੱਡੀ ਦੁਕਾਨ ਤੇ ਮਾਡਲ ਟਾਊਨ ਵਿੱਚ ਇੱਕ ਆਲੀਸ਼ਾਨ ਕੋਠੀ ਹੁੰਦੀ ਸੀ। ਇਸ ਹਿਸਾਬ ਨਾਲ ਇੱਕ ਆਲੀਸ਼ਾਨ ਕੋਠੀ ਉਹਨਾਂ ਨੂੰ ਇੱਥੇ ਵੀ ਮਿਲਣੀ ਚਾਹੀਦੀ ਸੀ। ਸੋ ਭਗਵਾਨ ਦੀ ਕਿਰਪਾ ਨਾਲ ਉਹਨਾਂ ਨੂੰ ਸੈਯਦ ਸ਼ਾਹ ਦੀ ਨਵੀਂ ਕੋਠੀ ਮਿਲ ਗਈ। ਜਦੋਂ ਮੈਂ ਇੱਥੇ ਪਹੁੰਚਿਆ ਤਾਂ ਗੰਡਾ ਸਿੰਘ ਲਾਇਬ੍ਰੇਰੀਆਂ ਦੀਆਂ ਸਾਰੀਆਂ ਕਿਤਾਬਾਂ ਇੱਕ ਕਰਕੇ ਬਾਹਰ ਸੁੱਟ ਰਹੇ ਸਨ ਤੇ ਲਾਇਬ੍ਰੇਰੀ ਨੂੰ ਫਲਾਂ ਨਾਲ ਭਰ ਰਹੇ ਸਨ। ਇਹ ਸ਼ੇਕਸਪੀਅਰ ਦਾ ਸੈੱਟ ਗਿਆ ਤੇ ਤਰਬੂਜ ਵਾਲਾ ਟੋਕਰਾ ਅੰਦਰ ਆ ਗਿਆ। ਇਹ ਖਲੀਲ ਜਿਬਰਾਨ ਗਿਆ ਤੇ ਖਰਬੂਜੇ ਆਏ। ਥੋੜ੍ਹੀ ਦੇਰ ਬਾਅਦ ਸਾਰੀਆਂ ਕਿਤਾਬਾਂ ਬਾਹਰ ਸਨ ਅਤੇ ਸਾਰੇ ਫਲ ਅੰਦਰ। ਅਫਲਾਤੂਨ ਦੀ ਜਗ੍ਹਾ ਆਲੂ ਬੁਖਾਰੇ, ਸ਼ੁਕਰਾਤ ਦੀ ਥਾਂ ਸੀਤਾਫਲ, ਜੋਸ਼ ਦੀ ਜਗ੍ਹਾ ਜਾਮੁਣਾ, ਮੋਮਿਨ ਦੀ ਥਾਂ ਤੇ ਮੌਸਮੀਆਂ, ਸ਼ੈਲੇ ਦੀ ਜਗ੍ਹਾ ਸ਼ਹਿਤੂਤ, ਕੀਟਸ ਦੀ ਥਾਂ ਖੱਖੜੀਆਂ, ਬੁਕਰਾਤ ਦੀ ਜਗ੍ਹਾ ਬਦਾਮ, ਕ੍ਰਿਸ਼ਨ ਚੰਦਰ ਦੀ ਥਾਂ ਕੇਲੇ ਤੇ ਲੈਫਟੀਨੈਂਟ ਅਹਿਮਦ ਦੀ ਜਗ੍ਹਾ ਨਿੰਬੂ ਭਰੇ ਹੋਏ ਸਨ। ਕਿਤਾਬਾਂ ਦੀ ਇਹ ਦੁਰਗਤ ਦੇਖ ਕੇ ਮੇਰੀਆਂ ਅੱਖਾਂ ਵਿੱਚ ਅਥਰੂ ਆ ਗਏ। ਇੰਨੇ ਵਿੱਚ ਗੰਡਾ ਸਿੰਘ ਆਪਣੀ ਫਲਾਂ ਦੀ ਲਾਇਬ੍ਰੇਰੀ ਵਿੱਚੋਂ ਬਾਹਰ ਨਿਕਲ ਆਏ ਤੇ ਇੱਕ ਨੌਕਰ ਨੂੰ ਕਹਿਣ ਲੱਗੇ, ਇਸ ਗਧੇ ਦੀ ਪਿੱਠ ਤੇ ਸਾਰੀਆਂ ਕਿਤਾਬਾਂ ਲੱਦ ਦਿਓ ਤੇ ਜੇ ਇੱਕ ਗੇੜੇ 'ਚ ਨਾ ਜਾਣ ਤਾਂ 8-10 ਗੇੜੇ ਲਾ ਕੇ ਸਾਰੀਆਂ ਕਿਤਾਬਾਂ ਲਾਰੀ ਵਿੱਚ ਭਰ ਕੇ ਲਖਨਊ ਲੈ ਜਾਓ ਤੇ ਰੱਦੀ ਦੇ ਭਾਅ ਵੇਚ ਦਿਓ। ਸੋ ਗੰਡਾ ਸਿੰਘ ਦੇ ਨੌਕਰ ਨੇ ਇਵੇਂ ਹੀ ਕੀਤਾ। ਮੈਂ ਸਾਰਾ ਦਿਨ ਕਿਤਾਬਾਂ ਲੱਦ ਕੇ ਲਾਰੀ ਤੱਕ ਪਹੁੰਚਾਉਂਦਾ ਰਿਹਾ ਤੇ ਸ਼ਾਮ ਹੋ ਗਈ ਤੇ ਆਖਰੀ ਕਿਤਾਬ ਲਾਰੀ ਵਿੱਚ ਪਹੁੰਚ ਗਈ ਤਾਂ ਕਿਤੇ ਜਾ ਕੇ ਗੰਡਾ ਸਿੰਘ ਦੇ ਨੌਕਰ ਨੇ ਮੈਨੂੰ ਛੱਡਿਆ, ਮੇਰੀ ਪਿੱਠ ਉੱਤੇ ਜ਼ੋਰ ਨਾਲ ਇੱਕ ਡੰਡਾ ਮਾਰਿਆ ਤੇ ਮੈਨੂੰ ਲੱਤ ਮਾਰ ਕੇ ਇੱਥੋਂ ਭਜਾ ਦਿੱਤਾ। ਮੈਂ ਸੋਚਿਆ, ਜਿਸ ਸ਼ਹਿਰ ਵਿੱਚ ਕਿਤਾਬਾਂ ਤੇ ਮਹਾਂਪੰਡਿਤਾਂ ਦਾ ਇੰਨਾ ਅਨਾਦਰ ਹੁੰਦਾ ਹੈ ਉੱਥੇ ਰਹਿਣਾ ਠੀਕ ਨਹੀਂ। ਇਸ ਲਈ ਮੈਂ ਉੱਥੋਂ ਪ੍ਰਸਥਾਨ ਕਰਨ ਦਾ ਸੰਕਲਪ ਲੈ ਲਿਆ। ਆਪਣੇ ਸ਼ਹਿਰ ਦੀਆਂ ਕੰਧਾਂ ਇੱਟਾਂ ਤੇ ਹਸਰਤ ਭਰੀ ਨਿਗਾਹ ਮਾਰੀ, ਘਾਹ ਦੇ 2-4 ਤਿਨਕੇ ਮੁੱਛ ਕੇ ਮੂੰਹ ਵਿੱਚ ਪਾਏ ਤੇ ਦਿੱਲੀ ਵੱਲ ਤੁਰ ਪਿਆ। ਸੋਚਿਆ, ਦਿੱਲੀ ਆਜ਼ਾਦ ਭਾਰਤ ਦੀ ਰਾਜਧਾਨੀ ਹੈ ਤੇ ਕਲਾ ਵਿੱਦਿਆ ਰਾਜਾਂ ਤੇ ਰਾਜਨੀਤੀ ਦਾ ਕੇਂਦਰ ਵਾ। ਉੱਥੇ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਹੋ ਜਾਏਗਾ। ਅਗਲਾ ਅੰਕ, ਕਰਨਾ ਪ੍ਰਸਥਾਨ ਗਧੇ ਦਾ ਬਾਰਾਬਾਂਕੀ ਤੋਂ ਜਾਣਾ ਦਿੱਲੀ ਤੇ ਵਰਣਨ ਉਸ ਸੁੰਦਰ ਨਗਰੀ ਦਾ। ਉਨੀ ਦਿਨੀ ਦਿੱਲੀ ਚਲੋ ਦਾ ਨਾਰਾ ਹਰੇਕ ਛੋਟੇ ਵੱਡੇ ਦੀ ਜ਼ੁਬਾਨ ਤੇ ਸੀ ਤੇ ਇੱਕ ਤਰ੍ਹਾਂ ਨਾਲ ਮੈਂ ਵੀ ਇਸੇ ਨਾਰੇ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਜਾ ਰਿਹਾ ਸਾਂ। ਪਰ ਇਹ ਪਤਾ ਨਹੀਂ ਸੀ ਕਿ ਰਸਤੇ ਵਿੱਚ ਕਿਹੜੀਆਂ ਮੁਸੀਬਤਾਂ ਆਉਣਗੀਆਂ। ਰਸਤੇ ਵਿੱਚ ਇੱਕ ਜਗ੍ਹਾ ਮੈਂ ਦੇਖਿਆ, ਇੱਕ ਮੁਸਲਮਾਨ ਤਰਖਾਣ ਸ਼ਰਈ ਦਾੜੀ ਰੱਖੀ, ਇੱਕ ਛੋਟੀ ਜਿਹੀ ਗੰਢੜੀ ਕੱਛੇ ਮਾਰੀ, ਇੱਕ ਛੋਟੇ ਜਿਹੇ ਪਿੰਡ ਵੱਲੋਂ ਭੱਜ ਕੇ ਸੜਕ ਵੱਲ ਆ ਰਿਹਾ ਸੀ। ਮੈਂ ਹਮਦਰਦੀ ਦਿਖਾਉਂਦਿਆਂ ਉਸ ਨੂੰ ਆਪਣੀ ਪਿੱਠ ਤੇ ਸਵਾਰ ਕਰ ਲਿਆ ਤੇ ਕਾਲੇ ਪੈਰੀ ਤੁਰਨ ਲੱਗਾ ਤਾਂ ਕਿ ਉਸ ਪਿੰਡ ਦੇ ਫਸਾਦੀ ਉਸ ਦਾ ਪਿੱਛਾ ਨਾ ਕਰ ਸਕਣ। ਮੈਂ ਕਾਫੀ ਅੱਗੇ ਨਿਕਲ ਗਿਆ ਤੇ ਮਨ ਹੀ ਮਨ ਬੜਾ ਖੁਸ਼ ਹੋਇਆ ਕਿ ਚਲੋ ਮੇਰੇ ਕਾਰਨ ਇੱਕ ਨਿਰਦੋਸ਼ ਦੀ ਜਾਨ ਬਚ ਗਈ। ਇੰਨੇ ਵਿੱਚ ਕੀ ਦੇਖਦਾ ਹਾਂ ਕਿ ਬਹੁਤ ਸਾਰੇ ਫਸਾਦੀ ਰਸਤਾ ਰੋਕੀ ਖੜੇ ਨੇ। ਇੱਕ ਫਸਾਦੀ ਨੇ ਸਾਡੇ ਵੱਲ ਦੇਖ ਕੇ ਕਿਹਾ, ਦੇਖੋ ਇਸ ਬਦਮਾਸ਼ ਮੁਸਲਮਾਨ ਨੂੰ, ਪਤਾ ਨਹੀਂ ਕਿਸ ਵਿਚਾਰੇ ਹਿੰਦੂ ਦਾ ਗਧਾ ਚੁਰਾ ਕੇ ਲਈ ਜਾ ਰਿਹਾ ਹੈ। ਮੁਸਲਮਾਨ ਤਰਖਾਣ ਨੇ ਆਪਣੀ ਜਾਨ ਬਚਾਉਣ ਲਈ ਬੜਾ ਕੁਝ ਕੀਤਾ ਤੇ ਕਿਹਾ, ਪਰ ਕਿਸੇ ਨੇ ਇੱਕ ਨਾ ਸੁਣੀ। ਉਸ ਨੂੰ ਫਸਾਦੀਆਂ ਨੇ ਮੌਤ ਦੀ ਘਾਟ ਉਤਾਰ ਦਿੱਤਾ। ਮੈਨੂੰ ਇੱਕ ਫਸਾਦੀ ਨੇ ਬੰਨ੍ਹ ਲਿਆ ਤੇ ਆਪਣੇ ਘਰ ਵੱਲ ਲੈ ਤੁਰਿਆ। ਜਦੋਂ ਅਸੀਂ ਅੱਗੇ ਵਧੇ ਤਾਂ ਰਸਤੇ ਵਿੱਚ ਮੁਸਲਮਾਨਾਂ ਨੇ ਕੁਝ ਪਿੰਡ ਪੈਂਦੇ ਸਨ। ਇੱਥੇ ਕੁਝ ਦੂਜੇ ਪਾਸੇ ਦੇ ਫਸਾਦੀਆਂ ਨੇ ਅੱਗੇ ਵਧੇ ਤੇ ਕਿਹਾ, ਇੱਕ ਨੇ ਕਿਹਾ, ਦੇਖਿਆ ਇਹ ਵਿਚਾਰਾ ਗਧਾ ਕਿਸੇ ਮੁਸਲਮਾਨ ਦਾ ਜਾਪਦਾ ਹੈ ਜਿਸ ਨੂੰ ਇੱਕ ਹਿੰਦੂ ਫਸਾਦੀ ਘੇਰੀ ਲਈ ਜਾ ਰਹੇ ਨੇ। ਉਸ ਵਿਚਾਰੇ ਨੇ ਵੀ ਆਪਣੀ ਜਾਨ ਬਚਾਉਣ ਲਈ ਬੜਾ ਕੁਝ ਕਿਹਾ ਪਰ ਕਿਸੇ ਨੇ ਇੱਕ ਨਾ ਸੁਣੀ। ਉਸ ਦਾ ਸਫਾਇਆ ਹੋ ਗਿਆ ਤੇ ਮੈਂ ਇੱਕ ਮੌਲਵੀ ਸਾਹਿਬ ਦੇ ਹਿੱਸੇ ਆਇਆ, ਜਿਹੜੇ ਮੈਨੂੰ ਉੱਥੇ ਰੱਸੀ ਤੋਂ ਫੜ ਕੇ ਆਪਣੀ ਮਸਜਿਦ ਵੱਲ ਲੈ ਤੁਰੇ। ਰਸਤੇ ਵਿੱਚ ਮੈਂ ਮੌਲਵੀ ਸਾਹਿਬ ਅੱਗੇ ਬੜੀਆਂ ਬੇਨਤੀਆਂ ਕੀਤੀਆਂ। ਮੈਂ, ਹਜ਼ਰਤ ਮੈਨੂੰ ਛੱਡ ਦਿਓ। ਮੌਲਵੀ, ਇਹ ਕਿਵੇਂ ਹੋ ਸਕਦਾ, ਤੂੰ ਮਾਲੇ ਗਨੀਮਤ ਹੈ। ਮੈਂ, ਹਜੂਰ ਮਾਲੇ ਗਨੀਮਤ ਨਹੀਂ ਆ, ਗਨੀਮਤ ਇਹ ਹੈ ਕਿ ਮੈਂ ਇੱਕ ਗਧਾ ਹਾਂ, ਵਰਨਾ ਹੁਣ ਤੱਕ ਮਾਰਿਆ ਗਿਆ ਹੁੰਦਾ। ਮੌਲਵੀ, ਅੱਛਾ ਇਹ ਦੱਸ ਤੂੰ ਹਿੰਦੂ ਹੈ ਜਾਂ ਮੁਸਲਮਾਨ, ਫਿਰ ਅਸੀਂ ਫੈਸਲਾ ਕਰਾਂਗੇ। ਮੈਂ, ਹਜੂਰ ਨਾ ਮੈਂ ਹਿੰਦੂ ਹਾਂ ਨਾ ਮੁਸਲਮਾਨ, ਮੈਂ ਤਾਂ ਬਸ ਇੱਕ ਗਧਾ ਹਾਂ ਤੇ ਗਧੇ ਦਾ ਕੋਈ ਮਜ਼ਹਬ ਨਹੀਂ ਹੁੰਦਾ। ਮੌਲਵੀ, ਮੇਰੇ ਸਵਾਲ ਦਾ ਠੀਕ ਠਾਕ ਜਵਾਬ ਦੇ। ਮੈਂ, ਠੀਕ ਹੀ ਤਾਂ ਕਹਿ ਰਿਹਾ, ਇੱਕ ਮੁਸਲਮਾਨ ਜਾਂ ਹਿੰਦੂ ਤਾਂ ਗਧਾ ਹੋ ਸਕਦਾ ਹੈ ਪਰ ਇੱਕ ਗਧਾ ਮੁਸਲਮਾਨ ਜਾਂ ਹਿੰਦੂ ਨਹੀਂ ਹੋ ਸਕਦਾ। ਮੌਲਵੀ, ਤੂੰ ਬੜਾ ਬਦਮਾਸ਼ ਲੱਗਦਾ ਹੈ, ਅਸੀਂ ਘਰ ਚੱਲ ਕੇ ਤੈਨੂੰ ਠੀਕ ਕਰਾਂਗੇ। ਮੌਲਵੀ ਸਾਹਿਬ ਨੇ ਮੈਨੂੰ ਘਰ ਦੇ ਬਾਹਰ ਇੱਕ ਕਿੱਲੇ ਨਾਲ ਬੰਨ੍ਹ ਦਿੱਤਾ ਤੇ ਖੁਦ ਅੰਦਰ ਚਲੇ ਗਏ। ਮੈਂ ਮੌਕਾ ਗਨੀਮਤ ਦੇਖ ਕੇ ਰੱਸੀ ਤੁੜਵਾ ਕੇ ਇੱਥੋਂ ਭੱਜ ਨਿਕਲਿਆ। ਇੰਜ ਭੱਜਿਆ
ਇੰਜ ਭੱਜਿਆ ਕਿ ਕਈ ਮੀਲ ਤੱਕ ਪਿੱਛੇ ਭੌਂ ਕੇ ਨਹੀਂ ਦੇਖਿਆ। ਹੁਣ ਮੈਂ ਫੈਸਲਾ ਕਰ ਲਿਆ ਕਿ ਇਹਨਾਂ ਛੋਟੇ ਦਿਲ ਵਾਲੇ ਆਦਮੀਆਂ ਦੇ ਝਗੜੇ ਨਾਲ ਇੱਕ ਗਧੇ ਦਾ ਕੀ ਸੰਬੰਧ। ਨਾ ਮੈਂ ਹੁਣ ਕਿਸੇ ਹਿੰਦੂ ਦੀ ਮਦਦ ਕਰਾਂਗਾ, ਨਾ ਮੁਸਲਮਾਨ ਦੀ। ਸੋ ਹੁਣ ਮੈਂ ਸਾਰਾ ਦਿਨ ਕਿਸੇ ਰੁੱਖ ਦੀ ਸੰਘਣੀ ਛਾਂ ਹੇਠ ਪਿਆ ਰਹਿੰਦਾ ਜਾਂ ਕਿਸੇ ਜੰਗਲ ਜਾਂ ਮੈਦਾਨ ਵਿੱਚੋਂ ਘਾਹ ਚਰਦਾ ਰਹਿੰਦਾ ਤੇ ਰਾਤ ਹੋਣ 'ਤੇ ਆਪਣੀ ਯਾਤਰਾ ਸ਼ੁਰੂ ਕਰ ਦਿੰਦਾ। ਇਸੇ ਤਰ੍ਹਾਂ ਤੁਰਦਾ ਬੜੀ ਮੁਸ਼ਕਲ ਨਾਲ ਕੋਈ 6-7 ਮਹੀਨਿਆਂ ਬਾਅਦ ਮੈਂ ਦਿੱਲੀ ਪਹੁੰਚਿਆ। ਦਿੱਲੀ ਦੇ ਭੂਗੋਲ ਦਾ ਵਰਣਨ ਸੰਖੇਪ ਵਿੱਚ ਕਰਦਾ ਹਾਂ ਤਾਂ ਕਿ ਆਉਣ ਵਾਲੇ ਯਾਤਰੀ ਮੇਰੀ ਜਾਣਕਾਰੀ ਦਾ ਪੂਰਾ ਲਾਭ ਉਠਾ ਸਕਣ ਤੇ ਧੋਖਾ ਨਾ ਖਾਣ। ਅਗਲਾ ਅੰਕ, ਦਿੱਲੀ ਦਾ ਭੂਗੋਲ। ਇਸ ਦੇ ਪੂਰਬ ਵਿੱਚ ਸ਼ਰਨਾਰਥੀ, ਪੱਛਮ ਵਿੱਚ ਸ਼ਰਨਾਰਥੀ, ਦੱਖਣ ਵਿੱਚ ਸ਼ਰਨਾਰਥੀ ਤੇ ਉੱਤਰ ਵਿੱਚ ਸ਼ਰਨਾਰਥੀ ਵਸੇ ਹੋਏ ਨੇ। ਵਿਚਕਾਰ ਭਾਰਤ ਦੀ ਰਾਜਧਾਨੀ ਹੈ ਤੇ ਇਸ ਵਿੱਚ ਜਗ੍ਹਾ ਤੇ ਸਿਨੇਮੇ ਤੇ ਇਲਾਵਾ ਨਪੁੰਸਕਤਾ ਦੀਆਂ ਵੱਖ-ਵੱਖ ਦਵਾਈਆਂ ਦੇ ਸ਼ਕਤੀਵਰਧਕ ਗੋਲੀਆਂ ਦੇ ਇਸ਼ਤਿਹਾਰ ਲੱਗੇ ਹੋਏ ਨੇ, ਜਿਸ ਤੋਂ ਇਸ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਮਹਾਨਤਾ ਦਾ ਅਹਿਸਾਸ ਹੁੰਦਾ ਹੈ। ਇੱਕ ਵਾਰੀ ਮੈਂ ਚਾਂਦਨੀ ਚੌਂਕ ਵਿੱਚੋਂ ਲੰਘ ਰਿਹਾ ਸਾਂ ਕਿ ਮੈਂ ਇੱਕ ਸੋਹਣੀ ਮੁਟਿਆਰ ਦੇਖੀ ਜਿਹੜੀ ਟਾਂਗੇ ਵਿੱਚ ਬੈਠੀ ਪਾਇਦਾਨ ਤੇ ਪੈਰ ਰੱਖੀ ਆਪਣੀ ਸੁੰਦਰਤਾ ਦੇ ਨਸ਼ੇ ਵਿੱਚ ਡੁੱਬੀ ਜਾ ਰਹੀ ਸੀ ਤੇ ਪਾਇਦਾਨ ਤੇ ਇਸ਼ਤਿਹਾਰ ਲੱਗਾ ਹੋਇਆ ਸੀ, ਅਸਲੀ ਸ਼ਕਤੀਵਰਧਕ ਗੋਲੀ ਇੰਦਰ ਸਿੰਘ ਜਲੇਬੀਆਂ ਵਾਲੇ ਤੋਂ ਹੀ ਖਰੀਦੋ। ਮੈਂ ਇਸ ਦ੍ਰਿਸ਼ ਤੇ ਤਿੱਖੇ ਵਿਅੰਗ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ ਤੇ ਚਾਂਦਨੀ ਚੌਂਕ ਦੇ ਐਨ ਵਿਚਕਾਰ ਖਲੋ ਕੇ ਠਹਾਕੇ ਲਗਾਉਣ ਲੱਗ ਪਿਆ। ਰਾਹ ਜਾਂਦੇ ਲੋਕ ਰੁਕ ਗਏ ਤੇ ਇੱਕ ਗਧੇ ਨੂੰ ਸੜਕ ਤੇ ਐਨ ਵਿਚਕਾਰ ਠਹਾਕੇ ਲਾਉਂਦੇ ਦੇਖ ਕੇ ਹੱਸਣ ਲੱਗੇ। ਉਹ ਵਿਚਾਰੇ ਮੇਰੀ ਪਾਰਟੀ ਆਵਾਜ਼ ਤੇ ਹੱਸ ਰਹੇ ਸਨ ਤੇ ਮੈਂ ਉਹਨਾਂ ਦੀ ਲੰਗਾਰ ਹੋਈ ਸੱਭਿਅਤਾ ਦੇ ਠਹਾਕੇ ਲਾ ਰਿਹਾ ਸਾਂ। ਇਹਨੇ ਵਿੱਚ ਪੁਲਿਸ ਦੇ ਇੱਕ ਸੰਤਰੀ ਨੇ ਮੈਨੂੰ ਡੰਡਾ ਮਾਰ ਕੇ ਟਾਊਨ ਹਾਲ ਵੱਲ ਧੱਕ ਦਿੱਤਾ। ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਕਦੇ-ਕਦੇ ਗਧੇ ਵੀ ਇਨਸਾਨਾਂ ਵਾਂਗ ਹੱਸ ਸਕਦੇ ਨੇ। ਦਿੱਲੀ ਆਉਣ ਵਾਲਿਆਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਦਿੱਲੀ ਵਿੱਚ ਪ੍ਰਵੇਸ਼ ਕਰਨ ਦੇ ਬਹੁਤ ਸਾਰੇ ਦਰਵਾਜ਼ੇ ਨੇ। ਦਿੱਲੀ ਦਰਵਾਜ਼ਾ, ਅਜਮੇਰੀ ਦਰਵਾਜ਼ਾ, ਤੁਰਕਮਾਨ ਦਰਵਾਜ਼ਾ ਵਗੈਰਾ। ਪਰ ਤੁਸੀਂ ਦਿੱਲੀ ਵਿੱਚ ਇਹਨਾਂ ਵਿੱਚੋਂ ਕਿਸੇ ਦਰਵਾਜ਼ੇ ਰਾਹੀਂ ਨਹੀਂ ਆ ਸਕਦੇ, ਕਿਉਂਕਿ ਇਹਨਾਂ ਦਰਵਾਜ਼ਿਆਂ ਵਿੱਚ ਅਕਸਰ ਗਾਵਾਂ, ਢੱਠੇ, ਬਲਦ ਬੈਠੇ ਰਹਿੰਦੇ ਨੇ ਜਾਂ ਫਿਰ ਪੁਲਿਸ ਵਾਲੇ ਮੰਜੇ ਢਾਹ ਕੇ ਉਂਘ ਰਹੇ ਹੁੰਦੇ ਨੇ। ਹਾਂ, ਇਹਨਾਂ ਦਰਵਾਜ਼ਿਆਂ ਦੇ ਸੱਜੇ ਖੱਬੇ ਬਹੁਤ ਸਾਰੀਆਂ ਸੜਕਾਂ ਬਣੀਆਂ ਹੋਈਆਂ ਨੇ ਜਿਨ੍ਹਾਂ 'ਤੇ ਤੁਰ ਕੇ ਤੁਸੀਂ ਦਿੱਲੀ ਵਿੱਚ ਪ੍ਰਵੇਸ਼ ਕਰ ਸਕਦੇ ਹੋ। ਅੰਗਰੇਜ਼ਾਂ ਨੇ ਦਿੱਲੀ ਵਿੱਚ ਵੀ ਇੱਕ ਇੰਡੀਆ ਗੇਟ ਬਣਾਇਆ ਹੈ, ਪਰ ਇਸ ਗੇਟ ਵਿੱਚੋਂ ਲੰਘਣ ਦਾ ਕੋਈ ਰਸਤਾ ਨਹੀਂ। ਦਰਵਾਜ਼ੇ ਦੇ ਆਸੇ-ਪਾਸੇ ਘੁੰਮ ਕੇ ਜਾਣਾ ਪੈਂਦਾ ਹੈ। ਹੋ ਸਕਦਾ ਹੈ ਦਿੱਲੀ ਦੇ ਘਰਾਂ ਵਿੱਚ ਵੀ ਥੋੜ੍ਹੇ ਦਿਨਾਂ ਬਾਅਦ ਅਜਿਹੇ ਦਰਵਾਜ਼ੇ ਲੱਗ ਜਾਣ, ਫਿਰ ਲੋਕ ਬੁੜਕ ਕੇ ਖਿੜਕੀਆਂ ਰਾਹੀਂ ਅੰਦਰ ਵੜਿਆ ਕਰਨਗੇ। ਦਿੱਲੀ ਵਿੱਚ ਨਵੀਂ ਦਿੱਲੀ ਹੈ ਅਤੇ ਨਵੀਂ ਦਿੱਲੀ ਵਿੱਚ ਕਨਾਟ ਪਲੇਸ ਬੜੀ ਸੁੰਦਰ ਜਗ੍ਹਾ। ਸ਼ਾਮ ਵੇਲੇ ਮੈਂ ਦੇਖਿਆ ਕਿ ਲੋਕ ਲੋਹੇ ਦੇ ਗਧਿਆਂ 'ਤੇ ਸਵਾਰ ਹੋ ਕੇ ਇਸ ਦੀਆਂ ਗੋਲ ਸੜਕਾਂ 'ਤੇ ਘੁੰਮ ਰਹੇ ਨੇ। ਇਹ ਲੋਹੇ ਦਾ ਗਧਾ ਸਾਥੋਂ ਤੇਜ਼ ਭੱਜ ਸਕਦਾ ਹੈ, ਪਰ ਸਾਡੇ ਵਰਗੀ ਆਵਾਜ਼ ਨਹੀਂ ਕੱਢ ਸਕਦਾ। ਇੱਥੇ ਮੈਂ ਬਹੁਤ ਸਾਰੇ ਲੋਕਾਂ ਨੂੰ ਭੇਡ ਦੀ ਖੱਲ ਦੇ ਵਾਲਾਂ ਵਾਲੇ ਕੱਪੜੇ ਪਾਈ ਦੇਖਿਆ ਹੈ ਅਤੇ ਔਰਤਾਂ ਆਪਣੇ ਮੂੰਹ 'ਤੇ ਨਹੁੰ ਰੰਗਦੀਆਂ ਨੇ ਤੇ ਆਪਣੇ ਵਾਲਾਂ ਨੂੰ ਇਸ ਤਰ੍ਹਾਂ ਉੱਚਾ ਕਰਕੇ ਬੰਨ੍ਹਦੀਆਂ ਨੇ ਕਿ ਦੂਰੋਂ ਉਹ ਬਿਲਕੁਲ ਗਧੇ ਦੇ ਕੰਨ ਲੱਗਦੇ ਨੇ। ਯਾਨੀ ਇਹਨਾਂ ਨੂੰ ਗਧੇ ਬਣਨ ਦਾ ਕਿੰਨਾ ਸ਼ੌਂਕ ਹੈ, ਇਹ ਅੱਜ ਪਤਾ ਲੱਗਿਆ। ਕਨਾਟ ਪਲੇਸ ਵਿੱਚ ਟਹਿਲਦਾ ਹੋਇਆ ਮੈਂ ਇੰਡੀਆ ਗੇਟ ਚਲਾ ਗਿਆ। ਇੱਥੇ ਚਾਰੇ ਪਾਸੇ ਬੜੀ ਸੁੰਦਰ ਘਾਹ ਵਿਛੀ ਹੋਈ ਸੀ ਤੇ ਇਸ ਦੀਆਂ ਤਿੜਾਂ ਤਾਂ ਬੜੀਆਂ ਹੀ ਸਵਾਦੀ ਸਨ। ਮੈਂ 2-3 ਦਿਨਾਂ ਦਾ ਭੁੱਖਾ ਸੀ। ਬੜੇ ਮਜ਼ੇ ਨਾਲ ਮੂੰਹ ਮਾਰ ਕੇ ਚਰਨ ਲੱਗਾ। ਇਹਨੇ ਵਿੱਚ ਇੱਕ ਜ਼ੋਰਦਾਰ ਡੰਡਾ ਮੇਰੀ ਪਿੱਠ 'ਤੇ ਵੱਜਿਆ। ਮੈਂ ਘਬਰਾ ਕੇ ਦੇਖਿਆ। ਪੁਲਿਸ ਦਾ ਇੱਕ ਸਿਪਾਹੀ ਹਿਰਖ ਕੇ ਕਹਿ ਰਿਹਾ ਸੀ, ਇਹ ਕਮਬਖਤ ਗਧਾ ਇੱਥੇ ਕਿਵੇਂ ਵੜ ਆਇਆ? ਮੈਂ ਭੌਂ ਕੇ ਕਿਹਾ, ਕਿਉਂ ਭਾਈ, ਗਧਿਆਂ ਨੂੰ ਵੀ ਦਿੱਲੀ ਆਉਣ ਦੀ ਮਨਾਹੀ ਹੈ ਕੀ? ਮੈਨੂੰ ਬੋਲਦਾ ਦੇਖ ਕੇ ਉਹ ਠੰਬਰ ਗਿਆ। ਸ਼ਾਇਦ ਉਸਨੇ ਅੱਜ ਤੱਕ ਕਿਸੇ ਗਧੇ ਨੂੰ ਬੋਲਦਿਆਂ ਨਹੀਂ ਸੀ ਸੁਣਿਆ। ਅੱਖਾਂ ਟੱਡ ਮੇਰੇ ਵੱਲ ਦੇਖਣ ਲੱਗਾ। ਥੋੜ੍ਹੀ ਦੇਰ ਬਾਅਦ ਉਸ ਦੀ ਹੈਰਾਨੀ ਕੁਝ ਘੱਟ ਹੋਈ ਤਾਂ ਮੈਨੂੰ ਰੱਸੀ ਤੋਂ ਫੜ ਕੇ ਥਾਣੇ ਲੈ ਤੁਰਿਆ। ਥਾਣੇ ਵਿੱਚ ਜਾ ਕੇ ਉਸਨੇ ਮੈਨੂੰ ਹੈੱਡ ਕਾਂਸਟੇਬਲ ਦੇ ਸਾਹਮਣੇ ਲਿਆ ਖੜਾ ਕੀਤਾ। ਹੈੱਡ ਕਾਂਸਟੇਬਲ ਨੇ ਬੜੀ ਹੈਰਾਨੀ ਨਾਲ ਉਸ ਵੱਲ ਦੇਖਿਆ ਤੇ ਕਿਹਾ, ਇਸ ਨੂੰ ਇੱਥੇ ਕਿਉਂ ਲੈ ਆਏ ਰਾਮੂ? ਰਾਮ ਸਿੰਘ ਨੇ ਕਿਹਾ, ਹਜੂਰ, ਇਹ ਇੱਕ ਗਧਾ ਹੈ। ਗਧਾ ਤਾਂ ਹੈ, ਇਹ ਤਾਂ ਮੈਂ ਵੀ ਦੇਖ ਰਿਹਾ, ਪਰ ਤੂੰ ਇਸ ਨੂੰ ਇੱਥੇ ਕਿਉਂ ਲਿਆਇਆ ਏ? ਹਜੂਰ, ਇਹ ਇੰਡੀਆ ਗੇਟ ਕੋਲ ਘਾਹ ਚਰ ਰਿਹਾ ਸੀ। ਓਏ, ਘਾਹ ਚਰ ਰਿਹਾ ਸੀ? ਫਿਰ ਕੀ ਹੋਇਆ? ਕਿਧਰੇ ਤੇਰੀ ਅਕਲ ਤਾਂ ਘਾਹ ਨਹੀਂ ਚਰਨ ਗਈ? ਇਸ ਬੇਜ਼ੁਬਾਨ ਜਾਨਵਰ ਨੂੰ ਥਾਣੇ 'ਚ ਲਿਆਉਣ ਦੀ ਕੀ ਲੋੜ ਸੀ? ਲੈ ਜਾ, ਉਹ ਕਾਜੀ ਹਾਊਸ ਵਿੱਚ ਡੱਕ ਦਿੰਦਾ। ਰਾਮ ਸਿੰਘ ਨੇ ਰੁਕ ਕੇ ਮੇਰੀਆਂ ਜੇਤੂ ਨਿਗਾਹਾਂ ਵਿੱਚ ਦੇਖ ਕੇ ਕਿਹਾ, ਹਜੂਰ, ਇਹ ਬੇਜ਼ੁਬਾਨ ਨਹੀਂ ਆ, ਇਹ ਬੋਲਦਾ ਏ। ਹੁਣ ਹੈੱਡ ਕਾਂਸਟੇਬਲ ਵੀ ਬੜਾ ਹੈਰਾਨ ਹੋਇਆ, ਪਰ ਇੱਕਦਮ ਉਸ ਨੂੰ ਯਕੀਨ ਨਹੀਂ ਆਇਆ। ਉਹ ਬੋਲਿਆ, ਰਾਮ ਸਿੰਘ, ਤੇਰਾ ਦਿਮਾਗ ਤਾਂ ਠੀਕ ਹੈ? ਜੀ, ਇਹ ਬਿਲਕੁਲ ਠੀਕ ਕਹਿ ਰਹੇ ਨੇ ਹੈੱਡ ਕਾਂਸਟੇਬਲ ਸਾਹਿਬ, ਮੈਂ ਹੌਲੀ ਜਿਹੇ ਸਿਰ ਹਿਲਾ ਕੇ ਆਖਿਆ।
ਹੈੱਡ ਕਾਂਸਟੇਬਲ ਆਪਣੀ ਸੀਟ ਤੋਂ ਇੰਜ ਭੁੜਕਿਆ ਜਿਵੇਂ ਉਸਨੇ ਕੋਈ ਭੂਤ ਦੇਖ ਲਿਆ ਹੋਵੇ। ਅਸਲ ਵਿੱਚ ਉਸਦੀ ਹੈਰਾਨੀ ਨਜਾਇਜ਼ ਵੀ ਨਹੀਂ ਸੀ, ਕਿਉਂਕਿ ਨਵੀਂ ਦਿੱਲੀ ਵਿੱਚ ਅਜਿਹੇ ਲੋਕ ਤਾਂ ਬਹੁਤ ਸਾਰੇ ਹੋਣਗੇ ਜਿਹੜੇ ਗਧਿਆਂ ਵਾਂਗ ਗੱਲਾਂ ਕਰਦੇ ਹੋਣ, ਪਰ ਇੱਕ ਅਜਿਹਾ ਗਧਾ ਜਿਹੜਾ ਗਧਾ ਹੋ ਕੇ ਇਨਸਾਨਾਂ ਵਾਂਗ ਗੱਲਾਂ ਕਰੇ, ਹੈੱਡ ਕਾਂਸਟੇਬਲ ਨੇ ਅੱਜ ਤੱਕ ਨਹੀਂ ਸੀ ਦੇਖਿਆ ਸੁਣਿਆ। ਇਸ ਲਈ ਵਿਚਾਰਾ ਚਕਰਾ ਗਿਆ। ਉਸਦੀ ਸਮਝ ਵਿੱਚ ਨਾ ਆਇਆ ਕਿ ਕੀ ਕਰੇ। ਆਖਰ ਸੋਚ ਕੇ ਉਸਨੇ ਰੋਜ਼ਨਾਮਚਾ ਖੋਲ੍ਹਿਆ ਤੇ ਰਿਪੋਰਟ ਦਰਜ ਕਰਨ ਲੱਗਾ। ਉਸਨੇ ਪੁੱਛਿਆ, ਤੇਰਾ ਨਾਂ? ਗਧਾ ਜੀ। ਪਿਓ ਦਾ ਨਾਂ? ਗਧਾ ਜੀ। ਦਾਦੇ ਦਾ ਨਾਂ? ਗਧਾ ਜੀ। ਇਹ ਕੀ ਬਕਵਾਸ ਹੈ? ਹੈੱਡ ਕਾਂਸਟੇਬਲ ਨੇ ਹਿਰਕ ਕੇ ਕਿਹਾ, ਸਾਰਿਆਂ ਦਾ ਇੱਕੋ ਨਾਂ, ਇਹ ਕਿਵੇਂ ਹੋ ਸਕਦਾ ਹੈ? ਹੁਣ ਮੈਨੂੰ ਦੇਖ, ਮੇਰਾ ਨਾਂ ਜੋਤੀ ਸਿੰਘ ਹੈ। ਮੇਰੇ ਪਿਓ ਦਾ ਨਾਂ ਪਿਆਰੇ ਲਾਲ ਸੀ। ਮੇਰੇ ਦਾਦੇ ਦਾ ਨਾਂ ਜੀਵਨ ਦਾਸ ਸੀ। ਸਾਡੇ ਨਾਂ ਬਦਲਦੇ ਰਹਿੰਦੇ ਹੈ। ਤੂੰ ਜ਼ਰੂਰ ਝੂਠ ਬੋਲ ਰਿਹਾ ਹੈ। ਜੋਤੀ ਸਿੰਘ ਮੈਨੂੰ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗਾ। ਮੈਂ ਕਿਹਾ, ਹਜੂਰ, ਮੈਂ ਝੂਠ ਨਹੀਂ ਬੋਲਦਾ, ਸੱਚ ਕਹਿ ਰਿਹਾ ਕਿ ਸਾਡੇ ਨਾਂ ਨਹੀਂ ਬਦਲਦੇ। ਜਿਹੜਾ ਪਿਓ ਦਾ ਹੁੰਦਾ ਹੈ ਉਹੀ ਪੁੱਤ ਦਾ ਹੁੰਦਾ, ਇਹੀ ਪੋਤੇ ਦਾ। ਇਸ ਦਾ ਕੀ ਲਾਭ? ਜੋਤੀ ਸਿੰਘ ਨੇ ਕਿਹਾ, ਇਸ ਨਾਲ ਖਾਨਦਾਨੀ ਮਿਲਾਉਣ 'ਚ ਸੌਖ ਹੁੰਦੀ ਹੈ। ਉਦਾਹਰਨ ਵਜੋਂ ਤੁਸੀਂ ਆਪਣੇ ਪੜਦਾਦੇ ਦਾ ਨਾਂ ਦੱਸ ਸਕਦੇ ਹੋ। ਮੈਂ ਜੋਤੀ ਸਿੰਘ ਨੂੰ ਪੁੱਛਿਆ। ਨਹੀਂ, ਜੋਤੀ ਸਿੰਘ ਨੇ ਅਫਸੋਸ ਪ੍ਰਗਟ ਕੀਤਾ, ਪਰ ਮੈਂ ਦੱਸ ਸਕਦਾ। ਤੁਹਾਡੇ ਬਹੁਤ ਆਦਮੀ ਬੜਾ ਖਾਨਦਾਨੀ ਸਮਝਿਆ ਜਾਂਦਾ ਹੈ। ਤੁਹਾਡੇ ਉਹ ਆਦਮੀ ਬੜਾ ਖਾਨਦਾਨੀ ਸਮਝਿਆ ਜਾਂਦਾ ਹੈ ਜਿਹੜਾ ਅੱਜ ਤੋਂ 400, 600, 1600 ਸਾਲ ਪਹਿਲਾਂ ਤੇ ਆਪਣੇ ਵਡੇਰਿਆਂ ਦਾ ਨਾਂ ਦੱਸ ਸਕੇ। ਦੇਖੋ, ਮੈਂ ਤੁਹਾਨੂੰ 1600 ਕੀ 16 ਲੱਖ ਸਾਲ ਪਹਿਲਾਂ ਦੇ ਆਪਣੇ ਵਡੇਰਿਆਂ ਦਾ ਨਾਂ ਦੱਸ ਸਕਦਾ ਹਾਂ। ਸ਼੍ਰੀ ਗਧਾ। ਦੱਸੋ ਫਿਰ, ਅਸੀਂ ਗਧੇ ਤੁਹਾਡੇ ਬਿਹਤਰ ਖਾਨਦਾਨ ਦੇ ਹੋਏ ਕਿ ਨਾ? ਜੋਤੀ ਸਿੰਘ ਨੇ ਬੜੇ ਗੌਰ ਨਾਲ ਮੇਰੇ ਵੱਲ ਦੇਖਿਆ। ਉਸਦਾ ਸ਼ੱਕ ਹੋਰ ਵੱਧ ਗਿਆ। ਉਸਨੇ ਧੀਮੀ ਸੁਰ ਵਿੱਚ ਰਾਮ ਸਿੰਘ ਦੇ ਕੰਨ ਵਿੱਚ ਖੁਸਰ ਕਰਦਿਆਂ ਕਿਹਾ, ਮੈਨੂੰ ਇਹ ਸ਼ਖਸ ਬੜਾ ਖਤਰਨਾਕ ਜਾਪਦਾ ਹੈ। ਹੋਏ ਨਾ ਹੋਏ ਇਹ ਕੋਈ ਵਿਦੇਸ਼ੀ ਜਾਸੂਸ ਹੈ ਜਿਹੜਾ ਗਧੇ ਦੇ ਭੇਸ ਵਿੱਚ ਦਿੱਲੀ ਦੇ ਚੱਕਰ ਲਾ ਰਿਹਾ ਹੈ। ਰਾਮ ਸਿੰਘ ਨੇ ਕਿਹਾ, ਹਜੂਰ, ਮੈਂ ਤਾਂ ਸਮਝਦਾ ਇਸ ਦੀ ਖੱਲ ਲਾ ਕੇ ਦੇਖਣੀ ਚਾਹੀਦੀ ਹੈ। ਅੰਦਰੋਂ ਖਫੀਆ ਜਾਸੂਸ ਆਏਗਾ, ਫਿਰ ਅਸੀਂ ਇਸ ਨੂੰ ਫੌਰਨ ਗ੍ਰਿਫਤਾਰ ਕਰ ਲਵਾਂਗੇ। ਜੋਤੀ ਸਿੰਘ ਨੇ ਕਿਹਾ, ਤੂੰ ਬਿਲਕੁਲ ਠੀਕ ਕਹਿ ਰਿਹਾ ਹੈ, ਪਰ ਇਸ ਦੇ ਲਈ ਸਬ ਇੰਸਪੈਕਟਰ ਚਾਨਣ ਰਾਮ ਦੀ ਆਗਿਆ ਲੈਣੀ ਬੜੀ ਜ਼ਰੂਰੀ ਹੈ। ਚੱਲ ਇਸ ਨੂੰ ਉਹਨਾਂ ਸਾਹਮਣੇ ਲੈ ਚੱਲੀਏ। ਮੇਰੇ ਕੰਨੀ ਵੀ ਕੁਝ ਭਿਣਕ ਪੈ ਗਈ ਸੀ, ਪਰ ਮੈਂ ਚੁੱਪ ਰਿਹਾ ਤੇ ਉਹਨਾਂ ਦੋਵਾਂ ਦੇ ਨਾਲ ਅੰਦਰਲੇ ਕਮਰੇ ਵਿੱਚ ਸਬ ਇੰਸਪੈਕਟਰ ਚਾਨਣ ਰਾਮ ਦੇ ਸਾਹਮਣੇ ਚਲਾ ਗਿਆ। ਚਾਨਣ ਰਾਮ ਦੀਆਂ ਮੁੱਛਾਂ ਬਿੱਛੂ ਦੇ ਡੰਗ ਵਾਂਗ ਖੜੀਆਂ ਸਨ। ਉਸਦਾ ਸੁਰਖ ਚਿਹਰਾ ਹਰ ਸਮੇਂ ਭਖਦਾ ਰਹਿੰਦਾ ਸੀ। ਚਾਨਣ ਰਾਮ ਨੂੰ ਅੱਜ ਤੱਕ ਕਿਸੇ ਨੇ ਹੱਸਦਿਆਂ ਜਾਂ ਮੁਸਕਰਾਉਂਦਿਆਂ ਹੋਇਆ ਨਹੀਂ ਸੀ ਦੇਖਿਆ, ਇਸ ਲਈ ਲੋਕ ਉਸ ਨੂੰ ਇੱਕ ਯੋਗ ਪੁਲਿਸ ਅਫਸਰ ਸਮਝਦੇ ਸਨ। ਚਾਨਣ ਰਾਮ ਨੇ ਉਹਨਾਂ ਦੀ ਪੂਰੀ ਗੱਲ ਸੁਣੀ ਤੇ ਮੇਰੇ ਵੱਲ ਘੂਰ ਕੇ ਦੇਖਿਆ ਤੇ ਕਿਹਾ, ਤੂੰ ਤਾਂ ਪਾਕਿਸਤਾਨ ਦਾ ਜਾਸੂਸ ਹੈ। ਮੈਂ ਚੁੱਪ ਰਿਹਾ। ਚਾਨਣ ਰਾਮ ਨੇ ਜ਼ੋਰ ਨਾਲ ਮੇਰੀ 'ਤੇ ਮੁੱਕਾ ਮਾਰਿਆ ਤੇ ਕਿਹਾ, ਸਮਝ ਗਿਆ, ਤੂੰ ਰੂਸ ਦਾ ਏਜੰਟ ਹੈ। ਮੈਂ ਫਿਰ ਵੀ ਚੁੱਪ ਰਿਹਾ। ਚਾਨਣ ਰਾਮ ਨੇ ਦੰਦ ਪੀਂਦਿਆਂ ਹੋਇਆ ਕਿਹਾ, ਕਮਬਖ਼ਤ ਬਦਮਾਸ਼ ਕਮਿਊਨਿਸਟ, ਮੈਂ ਤੇਰੀ ਹੱਡੀ ਪਸਲੀ ਇੱਕ ਕਰ ਦਿਆਂਗੇ, ਵਰਨਾ ਜਲਦੀ ਦੱਸ ਤੂੰ ਕੌਣ ਹੈ। ਇਹ ਕਹਿ ਕੇ ਚਾਨਣ ਰਾਮ ਮੈਨੂੰ ਮੁੱਕਿਆਂ ਲੱਤਾਂ ਦੇ ਠੁੱਡਿਆਂ ਨਾਲ ਮਾਰਨ ਲੱਗ ਪਿਆ। ਮਾਰਦੇ ਜਦੋਂ ਉਹ ਬਿਲਕੁਲ ਬੇਦਮ ਹੋ ਗਿਆ ਤਾਂ ਮੈਂ ਜ਼ੋਰ ਨਾਲ ਦਰਦ ਭਰੀ ਆਵਾਜ਼ ਕੱਢੀ। ਸੁਣ ਕੇ ਉਹ ਰੁਕ ਗਿਆ ਤੇ ਪਹਿਲਾਂ ਮੇਰੇ ਵੱਲ ਹੈਰਾਨੀ ਨਾਲ ਦੇਖ ਕੇ ਫਿਰ ਜੋਤੀ ਸਿੰਘ ਤੇ ਰਾਮ ਸਿੰਘ ਵੱਲ ਵੇਖ ਕੇ ਉੱਚੀ ਆਵਾਜ਼ ਵਿੱਚ ਕੂਕਿਆ, ਓਏ, ਇਹ ਤਾਂ ਬਿਲਕੁਲ ਗਧਾ ਹੈ ਤੇ ਤੁਸੀਂ ਕਹਿੰਦੇ ਹੋ ਇਹ ਕੋਈ ਵਿਦੇਸ਼ੀ ਜਾਸੂਸ ਹੈ। ਤੁਸੀਂ ਮੇਰੇ ਨਾਲ ਮਖੌਲ ਕਰ ਰਹੇ ਹੋ। ਮੈਂ ਹੁਣੇ ਤੁਹਾਨੂੰ ਡਿਸਮਿਸ ਕਰ ਦਿਆਂਗਾ। ਰਾਮ ਸਿੰਘ ਤੇ ਜੋਤੀ ਸਿੰਘ ਦੋਵੇਂ ਡਰਦੇ ਮਾਰੇ ਕੰਬਣ ਲੱਗੇ। ਹੱਥ ਜੋੜ ਕੇ ਬੋਲੇ, ਹਜੂਰ, ਹੁਣੇ ਇਹ ਬਾਹਰਲੇ ਕਮਰੇ ਵਿੱਚ ਬੋਲ ਰਿਹਾ ਸੀ, ਬੜਾ ਸਾਫ਼ ਬੋਲ ਰਿਹਾ ਸੀ, ਬਿਲਕੁਲ ਬੰਦਿਆਂ ਵਾਂਗੂ। ਤੁਸੀਂ ਸੁਪਨਾ ਦੇਖਿਆ ਹੋਇਆ ਹੈ ਜਾਂ ਕੰਮ ਕਰਦੇ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੋਵੇਗਾ। ਜਾਓ, ਇਸ ਗਧੇ ਨੂੰ ਮੇਰੇ ਸਾਹਮਣੇ ਲੈ ਜਾਓ ਤੇ ਕਾਜੀ ਹਾਊਸ ਵਿੱਚ ਬੰਦ ਕਰ ਦਿਓ। ਜੇ 3-4 ਦਿਨਾਂ 'ਚ ਇਸ ਦਾ ਮਾਲਕ ਨਾ ਆਇਆ ਤਾਂ ਇਸ ਨੂੰ ਨਿਲਾਮ ਕਰ ਦੇਣਾ। ਮੈਂ ਖੁਸ਼ੀ ਬਾਹਰ ਆਇਆ। ਮੇਰੀ ਚਾਲ ਕੰਮ ਕਰ ਗਈ। ਜੇ ਮੈਂ ਬੋਲਦਾ ਤਾਂ ਇਹ ਲੋਕ ਲਾਜ਼ਮੀ ਮੇਰੀ ਖੱਲ ਉਧੇੜ ਕੇ ਦੇਖਦੇ ਕਿ ਅੰਦਰ ਕੌਣ ਹੈ। ਇਸ ਪਿੱਛੋਂ 3-4 ਦਿਨਾਂ ਤੱਕ ਹੀ 1 ਹਫ਼ਤਾ ਤੱਕ ਕੋਈ ਮਾਲਕ ਨਾ ਆਇਆ। ਫਿਰ ਮੈਨੂੰ ਨਿਲਾਮ ਕਰ ਦਿੱਤਾ। ਹੁਣ ਮੈਨੂੰ ਰਾਮੂ ਧੋਬੀ ਨੇ ਖਰੀਦ ਲਿਆ, ਜਿਹੜਾ ਜਮਨਾ ਪਾਰ ਕ੍ਰਿਸ਼ਨ ਨਗਰ ਵਿੱਚ ਰਹਿੰਦਾ ਸੀ। ਅਗਲਾ ਅੰਕ। ਜਾਣਾ ਜਮਨਾ ਪਾਰ। ਰਾਮੂ ਧੋਬੀ ਦੇ ਘਰ ਤੇ ਮੁਲਾਕਾਤ ਕਰਨਾ ਗਧੇ ਦਾ ਮਿਊਨਿਸਪਲ ਕਮੇਟੀ ਦੇ ਮੁਹੱਰਰ ਨਾਲ। ਰਾਮੂ ਧੋਬੀ ਕਿਸੇ ਜ਼ਮਾਨੇ ਵਿੱਚ ਮੁਹੱਲਾ ਸਾਈਵਾਲਾਨ ਵਿੱਚ ਰਹਿੰਦਾ ਸੀ, ਪਰ ਜਦੋਂ ਉਸ ਦੇ ਗਾਹਕ ਪਾਕਿਸਤਾਨ ਜਾ ਵਸੇ ਤਾਂ ਜਿਹੜੇ ਲੋਕ ਬਾਕੀ ਰਹਿ ਗਏ ਉਹ ਇੰਨੇ ਗਰੀਬ ਹੋ ਗਏ ਕਿ ਖੁਦ ਆਪਣੇ ਹੱਥੀਂ ਕੱਪੜੇ ਧੋਣ ਲੱਗੇ। ਤਾਂ ਰਾਮੂ ਧੋਬੀ ਵੀ ਉੱਥੋਂ ਨਿਕਲ ਕੇ ਇੱਥੇ ਜਮਨਾ ਪਾਰ ਕ੍ਰਿਸ਼ਨ ਨਗਰ ਵਿੱਚ ਆ ਵਸਿਆ। ਇੱਥੇ ਮੈਨੂੰ ਬੜੀ ਮਿਹਨਤ ਕਰਨੀ ਪੈਂਦੀ। ਰਾਮੂ ਸਵੇਰੇ ਉੱਠਦਾ ਹੀ ਕੱਪੜਿਆਂ ਦੀ ਪੰਡ ਮੇਰੀ ਪਿੱਠ ਉੱਤੇ ਲੱਦ ਕੇ ਤੁਰ ਪੈਂਦਾ ਤੇ ਜਮਨਾ ਪਾਰ ਕਿਨਾਰੇ ਪਾਣੀ ਵਿੱਚ ਖੜਾ ਹੋ ਕੇ ਛੱਪਾ ਛੱਪ ਸ਼ੁਰੂ ਕਰ ਦਿੰਦਾ।
ਦੁਪਹਿਰੇ ਉਸ ਦੀ ਪਤਨੀ ਖਾਣਾ ਬਣਾ ਕੇ ਲੈ ਆਉਂਦੀ। ਮੈਂ ਸਾਰਾ ਦਿਨ ਜਮਨਾ ਦੇ ਕਿਨਾਰੇ ਘਾਹ ਚਰਦਾ ਰਹਿੰਦਾ ਜਾਂ ਪੁਲ ਤੋਂ ਲੰਘਦੇ ਲੋਕਾਂ ਨੂੰ ਦੇਖਦਾ ਰਹਿੰਦਾ। ਦਿਨ ਢਲਦਿਆਂ ਹੀ ਰਾਮੂ ਫੇਰ ਮੇਰੀ ਪਿੱਠ ਉੱਤੇ ਕੱਪੜੇ ਲੱਦ ਕੇ ਤੇ ਖੁਦ ਵੀ ਸਵਾਰ ਹੋ ਕੇ ਵਾਪਸ ਘਰ ਆ ਜਾਂਦਾ। ਮੈਨੂੰ ਇੱਕ ਕਿੱਲੇ ਨਾਲ ਬੰਨ੍ਹ ਕੇ ਮੇਰੇ ਅੱਗੇ ਘਾਹ ਪਾ ਦਿੰਦਾ। ਖੁਦ ਥੱਕਿਆ ਟੁੱਟਿਆ ਮੰਜੇ ਉੱਤੇ ਪੈ ਜਾਂਦਾ। ਸਵੇਰ ਤੋਂ ਸ਼ਾਮ ਇਸ ਤਰ੍ਹਾਂ ਕੁਝ ਮੇਰੀ ਜ਼ਿੰਦਗੀ ਬੀਤਦੀ, ਇੱਕ ਕਿੱਲੇ ਤੋਂ ਦੂਜੇ ਕਿੱਲੇ ਤੱਕ, ਘਰ ਤੋਂ ਘਾਟ ਤੇ ਘਾਟ ਤੋਂ ਵਾਪਸ ਘਰ ਤੱਕ। ਵਿਚਕਾਰ ਨਾ ਕੋਈ ਕਿਤਾਬ ਆਉਂਦੀ, ਨਾ ਕੋਈ ਅਖਬਾਰ। ਦੁਨੀਆ ਵਿੱਚ ਕੀ ਹੋ ਰਿਹਾ ਹੈ, ਵਿਗਿਆਨ ਕਿਸ ਨੂੰ ਕਹਿੰਦੇ ਹਨ, ਸਿਨੇਮਾ ਕੀ ਹੁੰਦਾ ਹੈ, ਸੱਭਿਅਤ ਅਤੇ ਸੰਸਕ੍ਰਿਤੀ, ਨਾਚ ਤੇ ਸੁਹੱਪਣ, ਇਹਨਾਂ ਸਾਰੀਆਂ ਗੱਲਾਂ ਪੱਖੋਂ ਮੇਰਾ ਤੇ ਰਾਮੂ ਦਾ ਜੀਵਨ ਬਿਲਕੁਲ ਸੁੰਨਾ ਸੀ। ਮੈਂ ਤਾਂ ਖੈਰ ਇੱਕ ਗਧਾ ਸੀ, ਪਰ ਮੈਂ ਦੇਖ ਰਿਹਾ ਸੀ ਕਿ ਰਾਮੂ ਤੇ ਉਸਦੇ ਘਰ ਵਾਲੇ ਤੇ ਉਸਦੇ ਕਮਰੇ ਦੇ ਆਸੇ-ਪਾਸੇ ਰਹਿਣ ਵਾਲੇ ਲਗਭਗ ਇੱਕੋ ਜਿਹੀ ਜ਼ਿੰਦਗੀ ਬਿਲਕੁਲ ਮੇਰੇ ਵਾਂਗ ਬਿਤਾ ਰਹੇ ਸਨ। ਕਿੰਨੇ ਚੰਗੇ ਕੱਪੜੇ ਉਹਨਾਂ ਦੇ ਘਰ ਧੁੱਪਣ ਲਈ ਆਉਂਦੇ ਸੀ। ਸੁੰਦਰ ਸ਼ੀਟ, ਕੋਮਲ ਮੁਲਾਇਮ ਫੁੱਲਦਾਰ ਕਰੇਬ ਤੇ ਬੱਦਲਾਂ ਵਾਂਗ ਉੱਡਦੇ ਹੋਏ ਦੁਪੱਟੇ। ਪਰ ਰਾਮੂ ਦੀ ਪਤਨੀ ਜਾਂ ਉਸਦੀ ਧੀ ਦਾ ਇੱਕ ਵੀ ਕੱਪੜਾ ਅਜਿਹਾ ਨਹੀਂ ਸੀ। ਸ਼ਾਮ ਨੂੰ ਜਦੋਂ ਜਮਨਾ ਤੋਂ ਵਾਪਸ ਮੁੜਦੇ ਤਾਂ ਹਰ ਰੋਜ਼ ਸੜਕ ਦੇ ਕਿਨਾਰੇ ਇੱਕ ਨਵੇਂ ਬਣਾਏ ਹੋਏ ਸਿਨੇਮੇ ਘਰ ਦੇ ਬਾਹਰ ਦਰਸ਼ਕਾਂ ਦੀ ਭੀੜ ਦੇਖਦੇ। ਪਰ ਰਾਮੂ ਸਿਰਫ ਸਿਨੇਮੇ ਦੇ ਸੁੰਦਰ ਪੋਸਟਰ ਦੇਖ ਕੇ ਤੇ ਇੱਕ ਹੁੱਕਾ ਜਿਹਾ ਭਰ ਕੇ ਅੱਗੇ ਤੁਰ ਜਾਂਦਾ। ਉਸ ਦਾ ਜੀਅ ਤਾਂ ਕਰਦਾ ਕਿ ਹਰ ਰੋਜ਼ ਸਿਨੇਮਾ ਦੇਖੇ ਤੇ ਉਸਦੇ ਨਾਲ ਦੂਜੇ ਧੋਬੀਆਂ ਦਾ ਜੀਅ ਵੀ ਇਵੇਂ ਹੀ ਕਰਦਾ। ਪਰ ਜਦੋਂ ਉਹ ਆਪਣੀ ਜੇਬ ਵਿੱਚ ਇੰਨੇ ਪੈਸੇ ਦੇਖਦੇ ਤਾਂ ਜਾਂ ਤਾਂ ਟਿਕਟ ਆ ਸਕਦੀ ਸੀ ਜਾਂ ਆਟਾ, ਤਾਂ ਮਜਬੂਰ ਹੋ ਕੇ ਆਟਾ ਲੈ ਆਉਂਦੇ। ਕਦੀ ਕੋਈ ਮਨਮੋਜੀ ਆਟਾ ਛੱਡ ਕੇ ਸਿਨੇਮੇ ਦਾ ਟਿਕਟ ਖਰੀਦ ਲੈਂਦਾ ਤਾਂ ਉਸ ਦਿਨ ਘਰੇ ਬੜਾ ਕਲੇਸ਼ ਹੁੰਦਾ ਸੀ। ਇੱਕ ਵਾਰੀ ਰਾਮੂ ਨੇ ਵੀ ਇੰਝ ਕੀਤਾ ਸੀ। ਉਸ ਦਿਨ ਨਾ ਸਿਰਫ ਉਸ ਨੇ ਤਾੜੀ ਪੀਤੀ ਬਲਕਿ ਸਿਨੇਮੇ ਦਾ ਟਿਕਟ ਵੀ ਖਰੀਦ ਲਿਆ ਤੇ ਮੈਨੂੰ ਆਪਣੇ ਇੱਕ ਤਾਂਗੇ ਵਾਲੇ ਦੋਸਤ ਦੇ ਹਵਾਲੇ ਕਰਕੇ ਅੰਦਰ ਚਲਾ ਗਿਆ ਸੀ। ਸਿਨੇਮਾ ਹਾਲ ਦੇ ਬਾਹਰ 3-4 ਤਾਂਗੇ ਖੜੇ ਸਨ, ਜਿਨ੍ਹਾਂ ਦੇ ਘੋੜੇ ਹਿਣਕਣਾ ਕੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਇੱਕ ਘੋੜਾ ਜਿਸ ਦਾ ਰੰਗ ਮੁਸ਼ਕੀ ਸੀ ਤੇ ਮੱਥਾ ਚਿੱਟਾ ਤੇ ਜਿਹੜਾ ਕਿਸੇ ਪ੍ਰਾਈਵੇਟ ਤਾਂਗੇ ਦਾ ਘੋੜਾ ਸੀ ਤੇ ਇਸ ਲਈ ਆਕੜਖਾਂ ਦਿਖਾਈ ਦਿੰਦਾ ਸੀ। ਕੁਝ ਤਾਂਗੇ ਤੇ ਘੋੜੇ ਨੂੰ ਕਹਿ ਰਿਹਾ ਸੀ, ਦੂਜੇ ਤਾਂਗੇ ਦੇ ਘੋੜੇ ਨੂੰ ਕਹਿ ਰਿਹਾ ਸੀ, ਮੇਰਾ ਮਾਲਕ ਮਾਰ ਧਾਰ ਵਾਲੀਆਂ ਫਿਲਮਾਂ ਬੜੀਆਂ ਪਸੰਦ ਕਰਦਾ ਹੈ। ਅਜਿਹੀ ਫਿਲਮ ਦੇਖ ਕੇ ਜਦੋਂ ਬਾਹਰ ਨਿਕਲਦਾ ਹੈ ਤਾਂ ਖੂਬ ਤੇਜ਼ ਤਾਂਗਾ ਭਜਾਉਣ ਲੱਗਦਾ ਹੈ। ਮੈਨੂੰ ਯਾਦ ਹੈ ਇੱਕ ਵਾਰੀ ਸਿਨੇਮੇ 'ਚੋਂ ਵਾਪਸ ਆ ਕੇ ਉਸਨੇ ਭਰੇ ਬਾਜ਼ਾਰ 'ਚ ਮੈਨੂੰ ਤੇਜ਼ੋ ਤੇਜ਼ ਭਜਾਉਣਾ ਸ਼ੁਰੂ ਕਰ ਦਿੱਤਾ ਸੀ, ਜਿਵੇਂ ਉਸਨੇ ਫਿਲਮ 'ਚ ਦੇਖਿਆ ਸੀ। ਕਈ ਆਦਮੀ ਜ਼ਖਮੀ ਹੋ ਗਏ ਸੀ ਤੇ ਇੱਕ ਬੱਚਾ ਹਸਪਤਾਲ 'ਚ ਵੀ ਮਰ ਗਿਆ ਸੀ। ਪਰ ਮੇਰਾ ਮਾਲਕ ਬੜਾ ਅਮੀਰ ਹੈ। ਕਿਸੇ ਨਾ ਕਿਸੇ ਤਰ੍ਹਾਂ ਉਸਨੇ ਸਾਬਤ ਕਰ ਦਿੱਤਾ ਕਿ ਉਹ ਸ਼ਰਾਬ ਦੇ ਨਸ਼ੇ 'ਚ ਟੁੰਨ ਸੀ, ਇਸ ਲਈ ਸਿਰਫ ਜੁਰਮਾਨਾ ਦੇ ਕੇ ਛੁੱਟ ਗਿਆ। ਦੂਜਾ ਘੋੜਾ ਬੋਲਿਆ, ਮੇਰੇ ਤਾਂਗੇ ਤੇ 2 ਤੀਵੀਆਂ ਆਈਆਂ ਏ। ਉਹ ਸਿਰਫ ਇਹ ਦੇਖਣ ਆਈਆਂ ਕਿ ਮਧੂਬਾਲਾ ਨੇ ਕਿਹੜੇ ਫੈਸ਼ਨ ਦੇ ਕੱਪੜੇ ਪਾਏ ਨੇ। ਬਲਕਿ ਇੱਕ ਔਰਤ ਨੇ ਆਪਣੇ ਬਟੂਏ 'ਚੋਂ ਪੈਨਸਲ ਤੇ ਕਾਗਜ਼ ਕੱਢ ਕੇ ਦੂਜੀ ਔਰਤ ਨੂੰ ਦਿਖਾਇਆ ਕਿ ਉਹ ਕਿਸ ਤਰ੍ਹਾਂ ਹਾਲ 'ਚ ਬੈਠੀ ਮਧੂਬਾਲਾ ਦੇ ਨਵੇਂ ਪਾਏ ਕੱਪੜਿਆਂ ਦਾ ਨਮੂਨਾ ਲਾਹੇਵੇਗੀ। ਤੀਜਾ ਘੋੜਾ ਬੋਲਿਆ, ਮੇਰਾ ਮਾਲਕ ਬੜਾ ਇੱਜ਼ਤਦਾਰ ਹੈ। ਉਹ ਹਫ਼ਤੇ 'ਚ ਇੱਕ ਦਿਨ ਇੱਥੇ ਆਪਣੀ ਪ੍ਰੇਮਿਕਾ ਨੂੰ, ਜਿਹੜੀ ਇੱਕ ਗਰੀਬ ਕੱਪੜੇ ਰੰਗਣ ਵਾਲੇ ਦੀ ਤੀਵੀਂ ਹੈ, ਸਿਨੇਮਾ ਦਿਖਾਉਣ ਲਿਆਉਂਦਾ ਹੈ। ਜੇ ਉਹ ਚਾਹੇ ਤਾਂ ਉਸ ਨੂੰ ਨਵੀਂ ਦਿੱਲੀ ਦੇ ਚੰਗੇ ਤੋਂ ਚੰਗੇ ਸਿਨੇਮਾ ਘਰ 'ਚ ਵੀ ਲਿਆ ਜਾ ਸਕਦਾ ਹੈ, ਪਰ ਉਸ ਨੂੰ ਆਪਣੀ ਇੱਜ਼ਤ ਦਾ ਬੜਾ ਖਿਆਲ ਹੈ। ਮੈਂ ਝਿਜਕ ਕੇ, ਕਿਉਂਕਿ ਉਹ ਬੜੀ ਉੱਚੀ ਜਾਤੀ ਦੇ ਘੋੜੇ ਸਨ, ਪਰ ਹੌਸਲਾ ਕਰਕੇ ਇਹਨਾਂ ਘੋੜਿਆਂ ਦੀ ਗੱਲਬਾਤ ਵਿੱਚ ਸ਼ਾਮਲ ਹੁੰਦਿਆਂ ਪੁੱਛਿਆ, ਕਿਉਂ ਜੀ, ਇਹ ਸਿਨੇਮਾ ਕੀ ਹੁੰਦਾ ਹੈ? ਮੇਰਾ ਸਵਾਲ ਸੁਣ ਕੇ ਉਹਨਾਂ ਤਿੰਨਾਂ ਘੋੜਿਆਂ ਨੇ ਬੜੀ ਨਫ਼ਰਤ ਨਾਲ ਮੇਰੇ ਵੱਲ ਦੇਖਿਆ, ਜਿਵੇਂ ਕਹਿਣਾ ਚਾਹੁੰਦੇ ਹੁਣ, ਗਧਾ ਹੀ ਰਿਹਾ ਨਾ ਆਖਰ। ਇਸ ਦੇ ਅਗਲੇ ਛਿਣ ਹੀ ਉਹ ਹਿੜ-ਹੜਾ ਕੇ ਹੱਸ ਪਏ ਤੇ ਮੇਰੇ ਸਵਾਲ ਦਾ ਉੱਤਰ ਦਿੱਤੇ ਬਿਨਾਂ ਫਿਰ ਆਪਣੀਆਂ ਗੱਲਾਂ ਵਿੱਚ ਲੀਨ ਹੋ ਗਏ। ਮੁਸ਼ਕੀ ਘੋੜੇ ਨੇ ਘੰਟੀ ਦੀ ਆਵਾਜ਼ ਸੁਣ ਕੇ ਕਿਹਾ, ਇੰਟਰਵਲ ਹੋ ਰਿਹਾ ਸ਼ਾਇਦ। ਜਦੋਂ ਸਿਨੇਮਾ ਖਤਮ ਹੋਇਆ ਤਾਂ ਰਾਮੂ ਧੋਬੀ ਤਾੜੀ ਦੇ ਨਸ਼ੇ ਵਿੱਚ ਟੁੰਨ ਮੇਰੀ ਪਿੱਠ 'ਤੇ ਲੱਦਿਆ ਹੋਇਆ ਉਸੇ ਨਵੀਂ ਫਿਲਮ ਦੇ ਗੀਤ ਗਾਉਂਦਾ ਹੋਇਆ, ਜਿਹੜੀ ਹੁਣੇ ਉਸਨੇ ਦੇਖੀ ਸੀ, ਘਰ ਵੱਲ ਤੁਰ ਪਿਆ। ਇਸ ਤੋਂ ਪਹਿਲਾਂ ਉਹ ਮੈਨੂੰ ਘਰ ਦਾ ਰਸਤਾ ਦੱਸਦਾ ਸੀ, ਅੱਜ ਮੈਨੂੰ ਦੱਸਣਾ ਪਿਆ। ਕਈ ਵਾਰ ਤਾਂ ਰਾਮੂ ਡਿੱਗਦਾ ਮਸਾਂ ਬਚਿਆ। ਅਖੀਰ ਕਿਸੇ ਨਾ ਕਿਸੇ ਤਰ੍ਹਾਂ ਮੈਂ ਉਸਨੂੰ ਸੰਭਾਲ ਕੇ ਘਰ ਲੈ ਗਿਆ, ਜਿੱਥੇ ਉਸ ਦੀ ਇਹ ਹਾਲਤ ਦੇਖ ਕੇ ਉਸ ਦੀ ਘਰਵਾਲੀ ਨੇ ਉਸ ਦੀ ਖੂਬ ਮੁਰੰਮਤ ਕੀਤੀ, ਕਿਉਂਕਿ ਰਾਮੂ ਦੀ ਫਜ਼ੂਲ ਖਰਚੀ ਕਰਕੇ ਅੱਜ ਘਰੇ ਚੁੱਲ੍ਹਾ ਨਹੀਂ ਸੀ ਬਲਿਆ ਤੇ ਬੱਚੇ ਭੁੱਖ ਨਾਲ ਬਿਲਕਦੇ ਸੌਂ ਗਏ ਸਨ। ਪਤੀ ਪਤਨੀ ਵਿੱਚ ਖੂਬ ਜੰਗ ਹੋਈ। ਪਤਨੀ ਕਹਿ ਰਹੀ ਸੀ, ਤੂੰ ਤਾੜੀ ਕਿਉਂ ਪੀਤੀ, ਸਿਨੇਮਾ ਕਿਉਂ ਦੇਖਿਆ, ਜਾਣਦਾ ਨਹੀਂ ਕਿ ਇਹ ਸਭ ਵਹਿਬਤਾ ਕਰੇਗਾ ਤਾਂ ਕਦੇ ਘਰੇ ਚੁੱਲ੍ਹਾ ਨਹੀਂ ਬਣਦਾ। ਤੇ ਰਾਮੂ ਹੱਥ ਹਿਲਾ ਕੇ ਸਿਰ ਝੁਕਾ ਕੇ ਕਹਿ ਰਿਹਾ ਸੀ, ਜਾਣਦਾ ਸੀ ਪਰ ਮਜਬੂਰ ਸੀ।
ਦਿਮਾਗ 'ਚ ਹਰ ਰੋਜ਼ ਕੱਪੜੇ ਇਸ ਤਰ੍ਹਾਂ ਛੱਪ-ਛੱਪ ਕਰਦੇ ਰਹਿੰਦੇ ਨੇ ਕਿ ਜਾਪਦਾ ਦਿਮਾਗ ਇਹਨਾਂ ਦੇ ਸ਼ੋਰ ਨਾਲ ਪਾੜ ਜਾਏਗਾ। ਫਿਰ ਤਾੜੀ ਪੀਣ ਨੂੰ ਜੀ ਕਰਦਾ ਹੈ ਤਾਂ ਕਿ ਇਹੋ ਸ਼ੋਰ ਸੁਣਾਈ ਨਾ ਦਏ। ਸਿਨੇਮਾ ਕੀ ਹਰ ਰੋਜ਼ ਦੇਖਦਾ? ਸਹੁੰ ਲੈ ਅੱਜ 6 ਮਹੀਨਿਆਂ ਬਾਅਦ ਗਿਆ। ਬਿਲਕੁਲ ਮਜਬੂਰ ਹੋ ਕੇ ਜੀ ਕਰਦਾ ਸੀ। ਇਸ ਗੰਦੀ ਗਲੀ ਦੀਆਂ ਨਾਲੀਆਂ ਦੀ ਬੋ ਸੁੰਘ ਕੇ ਪਰੇਸ਼ਾਨ ਹੋ ਗਿਆ। ਇਸ ਲਈ ਉੱਥੇ ਚਲਾ ਗਿਆ ਕਿ ਕੀ ਮਾੜਾ ਕੀਤਾ। ਉੱਥੇ ਇੱਕ ਸੁੰਦਰ ਘਰ ਦੇਖਿਆ, ਸੁੰਦਰ ਕੱਪੜੇ, ਸੁੰਦਰ ਨਾਚ, ਸਾਫ਼ ਸੁਥਰੇ ਬੱਚੇ, ਤੀਵੀਆਂ ਇਹੋ ਜਿਹੀਆਂ ਕਿ ਸਾਡੇ ਮੁਹੱਲੇ 'ਚ ਨਜ਼ਰ ਨਹੀਂ ਆਉਂਦੀਆਂ। ਰਾਮੂ ਦੀ ਪਤਨੀ ਨੇ ਜ਼ੋਰ ਨਾਲ ਇੱਕ ਤੱਫਾ ਮਾਰਿਆ। ਮੋਇਆ, ਸਾਰੇ ਘਰ ਨੂੰ ਭੁੱਖਾ ਰੱਖ ਕੇ ਫਿਲਮਾਂ ਤਮਾਸ਼ਾ ਦੇਖਦਾ ਹੈ? ਰਾਮੂ ਨੇ ਕਿਹਾ, ਮੈਂ ਵੀ ਤਾਂ ਭੁੱਖਾ ਰਿਹਾ। ਸੱਚ ਕਹਿਣਾ, ਢਿੱਡ ਦੀ ਭੁੱਖ ਬੁਰੀ ਬਲਾ ਹੈ। ਪਰ ਕਦੇ ਕਦੇ ਕੋਈ ਹੋਰ ਭੁੱਖ ਵੀ ਐ ਜਾਗ ਪੈਂਦੀ ਹੈ ਕਿ ਨਹੀਂ ਰਿਹਾ ਜਾਂਦਾ। ਕੀ ਹੋਇਆ ਜੇ ਧੋਬੀ ਹਾਂ? ਆਖਰ ਹਾਂ ਤਾਂ ਇਨਸਾਨ ਹੀ। ਢਿੱਡ ਦੀ ਭੁੱਖ ਦੇ ਸਿਵਾਏ ਹੋਰ ਵੀ ਭੁੱਖ ਲੱਗਦੀ ਏ, ਇਹੋ ਜਿਹੀ ਕਿ ਮਨ ਅੰਦਰ ਅੰਦਰ ਪੱਠ ਨਾ ਵਾਂਗ ਤਪਣ ਲੱਗਦਾ ਹੈ। ਉਸ ਰਾਤ ਮੈਨੂੰ ਘਾਹ ਨਹੀਂ ਮਿਲੀ ਖਾਣ ਨੂੰ, ਪਰ ਮੈਂ ਖੁਦ ਭੁੱਖਾ ਰਹਿ ਕੇ ਵੀ ਸੋਚਣ ਲੱਗਾ ਕਿ ਰਾਮੂ ਠੀਕ ਕਹਿੰਦਾ ਹੈ। ਰਾਮੂ ਕੋਈ ਮੇਰੇ ਵਾਂਗ ਗਧਾ ਤਾਂ ਹੈ ਨਹੀਂ, ਜਿਸ ਨੂੰ ਸਿਰਫ ਕੱਪੜੇ ਧੋਣ ਤੇ 2 ਵੇਲੇ ਦੇ ਚਾਰੇ ਹੀ ਤੱਕ ਹੀ ਮਤਲਬ ਹੋਏ। ਰਾਮੂ ਆਖਰ ਇੱਕ ਇਨਸਾਨ ਹੈ। ਉਸ ਦਾ ਢਿੱਡ ਕੀ ਏ? ਉਸ ਦਾ ਢਿੱਡ ਦੀ ਭੁੱਖ ਦੇ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਭੁੱਖ ਨਾਲ ਵਾਸਤਾ ਪੈਂਦਾ ਹੈ। ਚੰਗੇ ਕੱਪੜਿਆਂ ਦੀ ਭੁੱਖ, ਸੋਹਣੀਆਂ ਸ਼ਕਲਾਂ ਦੀ ਭੁੱਖ, ਸੁੰਦਰ ਦ੍ਰਿਸ਼ ਦੇਖਣ ਦੀ ਭੁੱਖ। ਕਈ ਵਾਰ ਜਮਨਾ ਦੇ ਕੰਢੇ ਘਾਹ ਚਰਦਿਆਂ ਹੋਇਆਂ ਮੈਂ ਜਮਨਾ ਦੇ ਪਾਣੀ ਵਿੱਚ ਸੂਰਜ ਦੇ ਸੋਨੇ ਨੂੰ ਘੁਲਿਆ ਹੋਇਆ ਦੇਖਿਆ ਹੈ ਤੇ ਉਸ ਦੀ ਅਥਾਹ ਸੁੰਦਰਤਾ ਪ੍ਰਭਾਵਿਤ ਵੀ ਹੋਇਆ ਹਾਂ। ਪਰ ਮੈਂ ਇਹ ਵੀ ਦੇਖਿਆ ਹੈ ਕਿ ਐਨ ਉਸੇ ਵੇਲੇ ਵਿਚਾਰਾ ਰਾਮੂ ਨੀਵੀਂ ਪਾਈ ਲੱਖ ਲੱਖ ਪਾਣੀ ਵਿੱਚ ਖੜਾ ਇਸ ਦ੍ਰਿਸ਼ ਦੀ ਸੁੰਦਰਤਾ ਵੱਲੋਂ ਅਣਜਾਣ ਕੱਪੜੇ ਕੁੱਟ ਰਿਹਾ ਹੈ ਤੇ ਉਸ ਨੂੰ ਉੱਕਾ ਹੀ ਅਹਿਸਾਸ ਨਹੀਂ ਕਿ ਆਸੇ-ਪਾਸੇ ਸੁੰਦਰਤਾ ਦਾ ਕਿੱਡਾ ਵੱਡਾ ਭੰਡਾਰ ਲੁਟਾਇਆ ਜਾ ਰਿਹਾ ਹੈ। ਮੈਂ ਇੱਕ ਗਧਾ ਹੋ ਕੇ ਇਸ ਸੁੰਦਰਤਾ ਤੋਂ ਪ੍ਰਭਾਵਿਤ ਹੋ ਸਕਦਾ ਹਾਂ, ਪਰ ਰਾਮੂ ਇੱਕ ਮਨੁੱਖ ਹੋ ਕੇ ਵੀ ਇਸ ਦਾ ਆਨੰਦ ਨਹੀਂ ਮਾਣ ਸਕਦਾ। ਹੈਰਾਨੀ ਹੈ, ਇਸ ਜ਼ਿੰਦਗੀ ਵਿੱਚ, ਇਸ ਸਮਾਜ ਵਿੱਚ ਅੱਜ ਵੀ ਲੱਖਾਂ ਕਰੋੜਾਂ ਮਨੁੱਖਾਂ ਦਾ ਜੀਵਨ ਗਧੇ ਨਾਲੋਂ ਵੀ ਤੁੱਛ ਹੈ। ਉਸ ਰਾਤ ਮੈਨੂੰ ਖੁਦ ਭੁੱਖਾ ਰਹਿ ਕੇ ਇਸ ਤਰ੍ਹਾਂ ਦੇ ਬਹੁਤ ਸਾਰੇ ਖਿਆਲ ਆਏ, ਪਰ ਇਸ ਤੋਂ ਬਾਅਦ ਬਹੁਤੇ ਦਿਨ ਉੱਥੇ ਟਿਕਣਾ ਨਾ ਮਿਲਿਆ। ਇੰਜ ਨਹੀਂ ਕਿ ਮੈਂ ਬਿਨਾਂ ਜਾਣੇ ਬੁੱਝੇ ਉੱਥੋਂ ਭੱਜ ਜਾਣ ਦਾ ਯਤਨ ਕੀਤਾ ਹੋਇਆ। ਹਾਲਾਂਕਿ ਉੱਥੇ ਮੈਨੂੰ ਕਾਫੀ ਔਖ ਸੀ। ਇੱਕ ਤਾਂ ਅਖਬਾਰ ਪੜ੍ਹਨ ਲਈ ਨਹੀਂ ਸੀ ਮਿਲਦਾ, ਕਈ ਦਿਨਾਂ ਦੀ ਕਿਸੇ ਕਿਤਾਬ ਦੀ ਸ਼ਕਲ ਨਹੀਂ ਸੀ ਦੇਖੀ। ਜਮਨਾ ਪਾਰ ਆਮ ਤੌਰ 'ਤੇ ਜਿਹੜੇ ਲੋਕਾਂ ਨਾਲ ਵਾਸਤਾ ਪਿਆ ਸੀ, ਉਹ ਖੁਦ ਇੰਨੇ ਗਰੀਬ ਸਨ ਕਿ ਕਿਤਾਬਾਂ ਨਹੀਂ ਖਰੀਦ ਸਕਦੇ ਸੀ। ਬਹੁਤ ਸਾਰੇ ਲੋਕ ਮੂਰਖ ਤੇ ਅਨਪੜ੍ਹ ਸਨ। ਇੱਥੇ ਅਕਸਰ ਗਾਲ ਮੰਦਾ ਤੇ ਲੜਾਈ ਝਗੜੇ ਹੁੰਦੇ ਰਹਿੰਦੇ ਸੀ। ਧੋਬੀਆਂ ਦੇ ਮੁਹੱਲੇ ਵਿੱਚ ਜਿੱਥੇ ਮੈਂ ਰਹਿੰਦਾ ਸੀ, ਆਏ ਦਿਨ ਕਿਸੇ ਨਾ ਕਿਸੇ ਗੱਲ 'ਤੇ ਲੜਾਈ ਹੁੰਦੀ ਸੀ। ਗੁੱਸਾ ਧੋਬੀ ਦਾ ਗਧੇ 'ਤੇ ਲੱਥਦਾ ਸੀ ਜਾਂ ਫਿਰ ਆਪਣੀ ਪਤਨੀ ਜਾਂ ਬੱਚਿਆਂ 'ਤੇ। ਦੋਸ਼ ਕਿਸਦਾ ਹੁੰਦਾ ਸੀ? ਸ਼ਾਇਦ ਉਹਨਾਂ ਹਾਲਾਤਾਂ ਦਾ ਜਿਨ੍ਹਾਂ ਚੰਗੇ ਭਲੇ ਬੰਦਿਆਂ ਨੂੰ ਜਾਨਵਰ ਬਣਾ ਦਿੱਤਾ ਸੀ। ਪਰ ਤੁਸੀਂ ਹਾਲਾਤ ਨੂੰ ਡੰਡੇ ਨਾਲ ਹੀ ਨਹੀਂ ਕੁੱਟ ਤਾਂ ਨਹੀਂ ਸਕਦੇ ਨਾ। ਇਹ ਹਿੰਸਾ ਹੋਏਗੀ ਤਾਂ ਚਲੋ ਘਰ ਦੇ ਗਧੇ ਨੂੰ ਹੀ ਕੁੱਟ ਲਓ, ਕਾਨੂੰਨ ਤੁਹਾਨੂੰ ਇਸ ਦੀ ਆਗਿਆ ਦਿੰਦਾ ਹੈ। ਰਾਮੂ ਦੇ ਘਰ ਪ੍ਰਤੱਖ ਹੈ। ਮੇਰੇ ਵਰਗੇ ਪੜ੍ਹੇ ਲਿਖੇ ਗਧੇ ਨੂੰ ਖਾਸੇ ਕਸ਼ਟ ਝੱਲਣੇ ਪਏ, ਪਰ ਫਿਰ ਵੀ ਮੈਂ ਉਸ ਦਾ ਸਾਥ ਨਹੀਂ ਛੱਡਿਆ, ਕਿਉਂਕਿ ਰਾਮੂ ਇੱਕ ਇਮਾਨਦਾਰ ਧੋਬੀ ਸੀ। ਸਵੇਰ ਤੋਂ ਸ਼ਾਮ ਤੱਕ ਘਰ ਚਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਸੀ। ਅਜਿਹੇ ਬੰਦੇ ਦਾ ਸਾਥ ਛੱਡਣ ਨੂੰ ਜੀ ਨਹੀਂ ਸੀ ਕਰਦਾ। ਪਰ ਕਰਨੀ ਭਗਵਾਨ ਦੀ ਇਹੀ ਹੋਈ ਕਿ ਇੱਕ ਦਿਨ ਰਾਮੂ ਜਮਨਾ ਵਿੱਚ ਕੱਪੜੇ ਧੋ ਰਿਹਾ ਸੀ। ਇੱਕ ਮਗਰਮੱਛ ਨੇ ਉਸ ਦੀ ਲੱਤ ਖਿੱਚ ਲਈ। ਰਾਮੂ ਨੇ ਆਪਣੇ ਆਪ ਨੂੰ ਛਡਾਉਣ ਦੀ ਬੜੀ ਕੋਸ਼ਿਸ਼ ਕੀਤੀ। ਦੁਪਹਿਰ ਦਾ ਵੇਲਾ ਸੀ। ਪੁਲ ਤੋਂ ਸੈਂਕੜਾ ਮੁਸਾਫਿਰ ਲੰਘ ਰਹੇ ਸਨ। ਇੱਕ ਰੇਲ ਗੱਡੀ ਲੰਘ ਰਹੀ ਸੀ। ਪੁਲਿਸ ਦੇ ਸੰਤਰੀ ਵੀ ਪੁਲ ਦੇ ਨਾਕੇ 'ਤੇ ਖੜ੍ਹੇ ਸਨ। ਰਾਮੂ ਨੇ ਬਥੇਰਾ ਰੌਲਾ ਪਾਇਆ, ਪਰ ਮਗਰਮੱਛ ਨੇ ਇੱਕ ਨਾ ਸੁਣੀ। ਉਹ ਰਾਮੂ ਨੂੰ ਘਸੀਟ ਕੇ ਡੂੰਘੇ ਪਾਣੀ ਵਿੱਚ ਲੈ ਗਿਆ। ਰਾਮੂ ਦੇ ਗਾਹਕਾਂ ਨੂੰ ਰਾਮੂ ਦੇ ਮਰਨ ਦਾ ਅਫਸੋਸ ਤਾਂ ਜ਼ਰੂਰ ਹੋਇਆ, ਪਰ ਕੱਪੜਿਆਂ ਦੇ ਗਵਾਚ ਜਾਣ ਦਾ ਉਸ ਨਾਲੋਂ ਵੀ ਵੱਧ ਹੋਇਆ, ਕਿਉਂਕਿ ਰਾਮੂ ਤੇ ਮਗਰਮੱਛ ਦੀ ਲੜਾਈ ਵਿੱਚ ਬਹੁਤ ਸਾਰੇ ਕੱਪੜੇ ਨਦੀ ਵਿੱਚ ਰੁੜ ਗਏ ਸਨ। ਕਈ ਗਾਹਕਾਂ ਨੇ ਤਾਂ ਰਸਮੀ ਅਫਸੋਸ ਤੋਂ ਤੁਰੰਤ ਬਾਅਦ ਰਾਮੂ ਦੀ ਪਤਨੀ ਨਾਲ ਕੱਪੜਿਆਂ ਲਈ ਤਕਰਾਰ ਕਰਨੀ ਸ਼ੁਰੂ ਕਰ ਦਿੱਤੀ। ਰਾਮੂ ਬੜਾ ਚੰਗਾ ਧੋਬੀ ਸੀ, ਪਰ ਸਾਡੀ ਸ਼ਿਫਾਨ ਦੀ ਸਾੜੀ ਕਿਹੜੀ ਮਾੜੀ ਸੀ, ਤੇ ਉਸ ਨਵੀਂ ਸਾਟਨ ਦੀ ਸਾੜੀ ਜਿਹੜੀ ਹੁਣੇ ਗੁਲਜ਼ਾਰ ਟੇਲਰ ਮਾਸਟਰ ਵੱਲੋਂ ਸਲਵਾਈ ਸੀ, ਕਿੱਥੇ ਹੈ ਉਹ? ਜਰਾ ਉਹ ਮੈਲੇ ਕੱਪੜਿਆਂ ਦੀ ਪੰਡ ਦਾ ਖੋਲ। ਮੈਨੂੰ ਉਹਨਾਂ ਲੋਕਾਂ ਦੀ ਇਹ ਹਾਲਤ ਦੇ ਕੇ ਬੜਾ ਗੁੱਸਾ ਆਇਆ। ਸਾਡੇ ਗਧਿਆਂ ਵਿੱਚ ਵੀ ਜੇ ਕੋਈ ਮਰ ਜਾਂਦਾ ਹੈ ਤਾਂ ਅਸੀਂ ਉਹਦੇ ਬੀਵੀ ਬੱਚਿਆਂ ਨਾਲ ਅਜਿਹਾ ਵਰਤਾਅ ਨਹੀਂ ਕਰਦੇ। ਕੁਝ ਦਿਨਾਂ ਵਿੱਚ ਹੀ ਰਾਮੂ ਦੀ ਘਰਵਾਲੀ ਤੇ ਉਸਦੇ 3 ਬੱਚਿਆਂ ਦੀ ਹਾਲਤ ਵਿਗੜ ਗਈ। ਉਸਦੇ ਘਰ ਵਿੱਚ ਕੁਝ ਵੀ ਖਾਣ ਨੂੰ ਨਹੀਂ ਸੀ। ਫਾਕੇ ਤੇ ਫਾਕੇ ਚੱਲ ਰਹੇ ਸਨ। ਧੋਬੀ ਮੁਹੱਲੇ ਦੇ ਸਰਪੰਚ ਨੇ, ਜਿਹੜਾ ਕਿਸੇ ਵੇਲੇ ਰਾਮੂ ਦੀ ਨੌਜਵਾਨ ਪਤਨੀ ਤੇ ਅੱਖ ਰੱਖਦਾ ਸੀ, ਥੋੜ੍ਹਾ ਜਿਹਾ ਆਟਾ ਤੇ ਦਾਲ ਰਾਮੂ ਦੇ ਘਰ ਭੇਜ ਦਿੱਤਾ।
ਸ਼ਾਮ ਨੂੰ ਉਹ ਖੁਦ ਵੀ ਤਾੜੀ ਪੀ ਕੇ ਆ ਗਿਆ ਤੇ ਰਾਮੂ ਦੀ ਪਤਨੀ ਨੂੰ ਕਹਿਣ ਲੱਗਾ ਕਿ ਉਹ ਉਸਦੇ ਨਾਲ ਉਸਦੇ ਘਰ ਚੱਲੇ। ਰਾਮੂ ਦੀ ਪਤਨੀ ਨੇ ਉਸਨੂੰ ਖੂਬ ਗਾਲਾਂ ਫਿਟਕਾਰਾਂ ਦੇ ਕੇ ਘਰੋਂ ਕੱਢ ਦਿੱਤਾ ਤੇ ਸਿਰ ਫੜ ਕੇ ਰੋਣ ਲੱਗ ਪਈ। ਮੈਂ ਉਸਨੂੰ ਦਿਲਾਸਾ ਦਿੰਦਿਆਂ ਹੋਇਆਂ ਕਿਹਾ, ਮਾਲਕਣ ਘਬਰਾਉਂਦੀ ਕਿਉਂ ਏ, ਸਭ ਠੀਕ ਹੋ ਜਾਏਗਾ। ਰਾਮੂ ਦੀ ਪਤਨੀ ਨੇ ਜਦੋਂ ਮੈਨੂੰ ਬੋਲਦਿਆਂ ਹੋਇਆਂ ਸੁਣਿਆ ਤਾਂ ਪਹਿਲਾਂ ਤਾਂ ਉਸਨੂੰ ਵਿਸ਼ਵਾਸ ਹੀ ਨਾ ਆਇਆ, ਪਰ ਜਦੋਂ ਮੈਂ ਉਹੀ ਗੱਲ ਦੁਬਾਰਾ ਆਖੀ ਤਾਂ ਹੈਰਾਨੀ ਨਾਲ ਉਸਦੀਆਂ ਅੱਖਾਂ ਟੱਡੀਆਂ ਰਹਿ ਗਈਆਂ, ਕਿਉਂਕਿ ਨਵੀਂ ਦਿੱਲੀ ਤੋਂ ਆਉਣ ਪਿੱਛੋਂ ਅੱਜ ਤੱਕ ਮੈਂ ਕਿਸੇ ਆਦਮੀ ਨਾਲ ਉਸਦੀ ਬੋਲੀ ਵਿੱਚ ਗੱਲ ਨਹੀਂ ਸੀ ਕੀਤੀ ਤੇ ਰਾਮੂ ਦੇ ਘਰ ਤਾਂ ਇਸ ਤਰ੍ਹਾਂ ਦੀ ਗੱਲਬਾਤ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪਰ ਹੁਣ ਜਦੋਂ ਰਾਮੂ ਦੀ ਪਤਨੀ ਨੇ ਮੈਨੂੰ ਆਦਮੀਆਂ ਵਾਂਗ ਗੱਲਾਂ ਕਰਦਿਆਂ ਸੁਣਿਆ ਤਾਂ ਬਿਲਕੁਲ ਘਬਰਾ ਗਈ। ਆਖਰ ਬੜੀ ਮੁਸ਼ਕਲ ਨਾਲ ਮੈਂ ਕਿਸੇ ਨਾ ਕਿਸੇ ਤਰ੍ਹਾਂ ਸਮਝਾਇਆ ਕਿ ਇਹ ਕੋਈ ਵਿਸ਼ੇਸ਼ ਗੱਲ ਨਹੀਂ, ਇਹ ਕੋਈ ਚਮਤਕਾਰ ਨਹੀਂ, ਵਿਸ਼ੇਸ਼ ਹਾਲਤ ਸਨ ਜਿਨ੍ਹਾਂ ਵਿੱਚ ਮੈਂ ਆਦਮੀਆਂ ਦੀ ਬੋਲੀ ਸਿੱਖ ਲਈ। ਮੈਂ ਰਾਮੂ ਦੀ ਪਤਨੀ ਨੂੰ ਕਿਹਾ, ਮਾਲਕਣ ਬੇਸ਼ੱਕ ਮੈਂ ਗਧਾ ਹਾਂ, ਪਰ ਇੰਨੇ ਦਿਨਾਂ ਤੱਕ ਤੁਹਾਡੇ ਘਰ ਦਾ ਲੂਣ ਖਾਧਾ ਹੈ। ਹੁਣ ਤੁਸੀਂ ਚਿੰਤਾ ਨਾ ਕਰੋ, ਤੁਸੀਂ ਘਰੇ ਇਹਨਾਂ ਤਿੰਨਾਂ ਬੱਚਿਆਂ ਨੂੰ ਲੈ ਕੇ ਬੈਠੋ। ਮੈਂ ਬਾਹਰ ਜਾਣਾ ਤੇ ਦੇਖਦਾ ਕੀ ਹੋ ਸਕਦਾ ਹੈ। ਹੁਣ ਕੀ ਹੋ ਸਕਦਾ ਹੈ? ਰਾਮੂ ਦੀ ਪਤਨੀ ਨੇ ਕਿਹਾ, ਕੋਈ ਮਦਦ ਨਹੀਂ ਕਰੇਗਾ, ਅਸੀਂ ਗਰੀਬ ਆਦਮੀ ਹਾਂ। ਗਰੀਬ ਹਾਂ ਤਾਂ ਕੀ ਹੋਇਆ? ਮੈਂ ਜਰਾ ਸੋਚਦਿਆਂ ਹੋਇਆਂ ਕਿਹਾ, ਹੁਣ ਸਾਡਾ ਰਾਜ ਹੈ, ਸਾਡੀ ਜ਼ਿੰਦਗੀ ਹੈ, ਜ਼ਿੰਦਗੀ ਸਾਡੀ ਹੈ, ਸਮਾਜ ਸਾਡਾ ਹੈ। ਹੁਣ ਅਸੀਂ ਆਜ਼ਾਦ ਹਾਂ, ਜੋ ਚਾਹੀਏ ਕਰ ਸਕਦੇ ਹਾਂ। ਤੁਸੀਂ ਚਿੰਤਾ ਨਾ ਕਰੋ, ਜ਼ਰੂਰ ਕੁਛ ਨਾ ਕੁਛ ਹੋ ਜਾਏਗਾ। ਮੈਂ ਅੱਜ ਹੀ ਤੁਹਾਡੀ ਸਹਾਇਤਾ ਲਈ ਮਿਊਨਿਸਪਲ ਕਮੇਟੀ 'ਚ ਦਰਖਾਸਤ ਲੈ ਕੇ ਜਾਣਾ। ਕ੍ਰਿਸ਼ਨ ਨਗਰ ਦੀ ਮਿਊਨਿਸਪਲ ਕਮੇਟੀ ਦਾ ਮੁਹੱਰਰ ਆਪਣੇ ਇੱਕ ਦੋਸਤ ਤੇ ਹੈੱਡ ਕਲਰਕ ਨਾਲ ਮੇਜ਼ ਤੇ ਰਜਿਸਟਰ ਰੱਖ ਕੇ ਰਜਿਸਟਰਾਰ ਦੇ ਤਾਸ਼ ਦੇ ਪੱਤੇ ਖਿਲਰੀ ਅਜੀਬ ਤਰ੍ਹਾਂ ਦੇ ਮੂਡ ਵਿੱਚ ਬੈਠਾ ਸੀ। ਮੈਂ ਹੌਲੀ ਜਿਹੀ ਉਸਦੇ ਕੋਲ ਜਾ ਕੇ ਖੜਾ ਹੋਇਆ ਤੇ ਧੀਮੀ ਸੁਰ ਵਿੱਚ ਕਿਹਾ, ਹਜ਼ੂਰ ਬੜੀ ਮੁਸੀਬਤ ਹੈ। ਉਹ ਲੋਕ ਤਾਸ਼ ਖੇਡਣ ਵਿੱਚ ਇੰਨੇ ਮਗਨ ਸਨ ਕਿ ਉਹਨਾਂ ਨੇ ਸਭ ਸੁਣੀ ਅਣਸੁਣੀ ਕਰ ਦਿੱਤੀ। ਸਿਰਫ ਮੁਹੱਰਰ ਨੇ ਸ਼ਾਇਦ ਇਹ ਸਮਝ ਕੇ ਕਿ ਮੈਂ ਉਸਦਾ ਕੋਈ ਦੋਸਤ ਹਾਂ ਜਿਹੜਾ ਉਸਦੇ ਪਿੱਛੇ ਖੜਾ ਦੇਖ ਕੇ ਖੇਡ ਦੇਖ ਕੇ ਹਮਦਰਦੀ ਪ੍ਰਗਟ ਕਰ ਰਹੇ ਹਾਂ, ਪਰ ਮੇਰੇ ਵੱਲ ਬਿਨਾਂ ਦੇਖੇ ਕਿਹਾ, ਹਾਂ ਭਰਾ ਦੇਖਣਾ ਅਜੀਬ ਮੁਸੀਬਤ ਹੈ, ਕੋਈ ਚਾਲ ਸਮਝ ਹੀ ਨਹੀਂ ਆਉਂਦੀ। ਜੇ ਇਹ ਆਪਣੇ ਪੱਤੇ ਵਾਲਾ ਇਸ਼ਾਰਾ ਕਰਕੇ ਕਹਿੰਦਾ ਸੁੱਟਦਿਆਂ ਤਾਂ ਰੰਗ ਕੱਟਿਆ ਜਾਏਗਾ, ਤੇ ਜੇ ਇਹ ਦੂਜਾ ਪੱਤਾ ਦਿਖਾ ਕੇ ਚੱਲਦਿਆਂ ਤਾਂ ਇਸ ਦਾ ਵੱਡਾ ਪੱਤਾ ਅਜੇ ਤੱਕ ਨਹੀਂ ਨਿਕਲਿਆ, ਤੇ ਜੇ ਇਹ ਤੀਜਾ ਪੱਤਾ ਚੱਲਦਾ ਆ। ਮੈਂ ਗੱਲ ਟੁੱਕ ਕੇ ਕਿਹਾ, ਉਹ ਰਾਮੂ ਧੋਬੀ ਮਰ ਗਿਆ ਹੈ। ਮਰਨ ਦੇ ਯਾਰ, ਮੁਹਰਮ ਨੇ ਹਿਰਖ ਕੇ ਉੱਚੀ ਆਵਾਜ਼ ਵਿੱਚ ਕਿਹਾ, ਇੱਥੇ ਆਪਣਾ ਹੁਕਮ ਦਾ ਬਾਦਸ਼ਾਹ ਮਰਨ ਲੱਗਾ, ਤੂੰ ਧੋਬੀ ਨੂੰ ਰੋ ਰਿਹਾ। ਫਿਰ ਅਚਾਨਕ ਉਹ ਮੇਰੇ ਵੱਲ ਭੰਮਿਆ ਤੇ ਆਪਣੇ ਪਿੱਛੇ ਕਿਸੇ ਆਦਮੀ ਦੀ ਬਜਾਏ ਇੱਕ ਗਧਾ ਖੜਾ ਦੇਖਿਆ ਤਾਂ ਯਕਦਮ ਲਾਲ ਪੀਲਾ ਹੋ ਕੇ ਚਪੜਾਸੀ ਤੇ ਕੜਕਿਆ, ਕੀ ਹੁਣ ਗਧੇ ਵੀ ਸਾਡੇ ਦਫ਼ਤਰ 'ਚ ਆਇਆ ਕਰਨਗੇ? ਕੱਢ ਇਸ ਕੰਬਖਤ ਨੂੰ। ਚਪੜਾਸੀ ਨੇ ਡੰਡਾ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ। ਉਹ ਲੋਕ ਫਿਰ ਤਾਸ਼ ਖੇਡਣ ਲੱਗ ਪਏ। ਥੋੜ੍ਹੀ ਦੇਰ ਬਾਅਦ ਮੈਂ ਫਿਰ ਮਿਊਨਿਸਪਲ ਕਮੇਟੀ ਦੇ ਮੁਹੱਰਰ ਕੋਲ ਜਾ ਖੜਾ ਹੋਇਆ। ਆਪਣੇ ਦੋਵੇਂ ਲੰਮੇ ਕੰਨ ਜੋੜ ਕੇ ਹੌਲੀ ਜਿਹੀ ਉਸ ਨੂੰ ਨਮਸਤੇ ਕੀਤੀ ਤੇ ਬੜੀ ਦੂਰ ਉੱਚੀ ਆਵਾਜ਼ 'ਚ ਕਿਹਾ, ਹਜ਼ੂਰ, ਉਹ ਰਾਮੂ ਧੋਬੀ। ਮੁਹੱਰਰ ਨੇ ਮੇਰੇ ਵੱਲ ਘੂਰੀ ਵੇਖ ਵੱਟੀ। ਉਹ ਕੁਝ ਇਸ ਨਸਲ ਦਾ ਬਦਮਾਸ਼ ਆਦਮੀ ਸੀ ਕਿ ਜਿਹੜਾ ਬੋਲਦੇ ਗਧੇ ਤੋਂ ਪ੍ਰਭਾਵਿਤ ਨਹੀਂ ਸੀ ਹੋਇਆ। ਇਸ ਤੋਂ ਲੱਗਦਾ ਸੀ ਕਿ ਜਿਵੇਂ ਜ਼ਿੰਦਗੀ ਭਰ ਬੋਲਣ ਵਾਲੇ ਗਧਿਆਂ ਨਾਲ ਹੀ ਉਸਦਾ ਪਾਲਾ ਪੈਂਦਾ ਰਿਹਾ ਹੈ। ਉਸਨੇ ਮੇਰੇ ਵੱਲ ਦੇਖ ਕੇ ਬੜੀ ਰੋਹਬਦਾਰ ਆਵਾਜ਼ ਵਿੱਚ ਕਿਹਾ, ਜਲਦੀ ਦੱਸ ਕੀ ਕੰਮ ਹੈ? ਅਰਜ਼ ਇਹ ਹੈ ਮਾਈ ਬਾਪ, ਇਸ ਸੇਵਕ ਰਾਮੂ ਧੋਬੀ ਦਾ ਗਧਾ ਹੈ। ਰਾਮੂ ਧੋਬੀ 3 ਦਿਨ ਹੋਏ ਜਮਨਾ ਘਾਟ 'ਤੇ ਕੱਪੜੇ ਧੋਂਦਾ ਧੋਂਦਾ ਇੱਕ ਮਗਰਮੱਛ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਉਸਦੇ ਬੀਵੀ ਤੇ ਬੱਚੇ ਭੁੱਖੇ ਨੇ। ਤਾਂ ਮੈਂ ਕੀ ਕਰ ਸਕਦਾ ਹਾਂ? ਮੁਹੱਰਰ ਨੇ ਚੀਕ ਕੇ ਕਿਹਾ, ਮੈਂ ਕੋਈ ਅਨਾਥ ਆਸ਼ਰਮ ਤਾਂ ਨਹੀਂ ਖੋਲ੍ਹਿਆ। ਮੈਂ ਕਿਹਾ, ਹਜ਼ੂਰ ਘਾਟ ਦੇ ਧੋਬੀਆਂ ਤੋਂ ਟੈਕਸ ਲੈਂਦੇ ਹੋ। ਪੁਲ ਤੋਂ ਜਦੋਂ ਕੋਈ ਗਧਾ ਜਾਂ ਬਲਦ ਜਾਂ ਕੋਈ ਹੋਰ ਜਾਨਵਰ ਸਮਾਨ ਚੁੱਕ ਕੇ ਲੈ ਜਾਂਦਾ ਹੈ ਤਾਂ ਤੁਸੀਂ ਉਸਦੀ ਚੁੰਗੀ ਲੈਂਦੇ ਹੋ। ਤੁਸੀਂ ਇੰਨੇ ਸਾਰੇ ਮਹਿਸੂਲ ਤੇ ਕਸਟਮ ਵਸੂਲ ਕਰਦੇ ਹੋ ਕਿ ਇੱਕ ਗਰੀਬ ਧੋਬੀ ਦੇ ਭੁੱਖੇ ਬੀਵੀ ਬੱਚੇ ਲਈ ਕੋਈ ਪ੍ਰਬੰਧ ਨਹੀਂ ਕਰ ਸਕਦੇ। ਕਿਉਂ ਪ੍ਰਬੰਧ ਕਰੀਏ? ਧੋਬੀ ਨੂੰ ਮਗਰਮੱਛ ਨੇ ਮਾਰਿਆ, ਅਸੀਂ ਥੋੜ੍ਹੀ। ਵਾਹ, ਇਹ ਵੀ ਖੂਬ ਕਹੀ। ਤੇ ਉਹ ਕਿਹੜਾ ਤੁਸੀਂ ਘਾਟ ਦਾ ਟੈਕਸ ਵਸੂਲ ਕਰਦੇ ਹੋ? ਉਹ ਕਿਸ ਲਈ? ਘਾਟ ਟੈਕਸ ਤੁਸੀਂ ਵਸੂਲ ਕਰੋ ਤੇ ਫਿਰ ਜੇ ਉਸੇ ਘਾਟ 'ਤੇ ਕੋਈ ਧੋਬੀ ਕਿਸੇ ਮਗਰਮੱਛ ਦਾ ਸ਼ਿਕਾਰ ਹੋ ਜਾਏ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਊ? ਅਸੀਂ ਕਿੱਥੇ ਜਾ ਕੇ ਹਰਜਾਨਾ ਵਸੂਲ ਕਰੀਏ? ਕਿਉਂਕਿ ਜੇ ਮਿਊਨਿਸਪਲ ਕਮੇਟੀ ਘਾਟ ਦਾ ਟੈਕਸ ਲੈਂਦੀ ਹੈ ਤਾਂ ਮਗਰਮੱਛ ਤੋਂ ਬਚਾਉਣ ਦਾ ਪ੍ਰਬੰਧ ਵੀ ਤਾਂ ਉਸੇ ਨੂੰ ਕਰਨਾ ਪਊਗਾ। ਮੁਹੱਰਰ ਬੜਾ ਚਲਾਕ ਸੀ। ਬੋਲਿਆ, ਧੋਬੀਆਂ ਨੂੰ ਚਾਹੀਦਾ ਹੈ ਦਰਿਆ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਮੁੱਲ ਨਾ ਲੈਣ, ਵਰਨਾ ਉਹਨਾਂ ਦਾ ਉਹੀ ਹਾਲ ਹੋਏਗਾ ਜਿਹੜਾ ਰਾਮੂ ਧੋਬੀ ਦਾ ਹੋਇਆ। ਮੈਂ ਕਿਹਾ, ਤੁਸੀਂ ਗੱਲ ਨੂੰ ਟਰਕਾਓ ਨਾ, ਸਾਫ਼ ਦੱਸੋ ਤੁਸੀਂ ਇਸ ਮਾਮਲੇ 'ਚ ਕੀ ਕਰ ਸਕਦੇ ਹੋ? ਮੁਹੱਰਰ ਨੇ ਦੇਖਿਆ ਮੈਂ ਕਿਸੇ ਤਰ੍ਹਾਂ ਉਸਦਾ ਪਿੱਛਾ ਛੱਡਣ ਲਈ ਤਿਆਰ ਨਹੀਂ ਸਾਂ ਤਾਂ ਉਸਨੇ ਬੜਾ ਜਰਾ ਨਰਮ ਪੈ ਕੇ ਕਿਹਾ, ਭਰਾ, ਜਿੱਥੇ ਇਹ ਘਟਨਾ ਹੋਈ ਹੈ ਉਹ ਇਲਾਕਾ ਸਾਡੇ ਇਲਾਕੇ 'ਚ ਨਹੀਂ। ਜਮਨਾ ਦੀ ਘਟਨਾ
ਜਮਨਾ ਦਾ ਘਾਟ ਦਿੱਲੀ ਮਿਊਨਿਸਪਲ ਕਮੇਟੀ ਕੋਲ ਹੈ। ਦਿੱਲੀ ਸ਼ਹਿਰ ਟਾਊਨ ਹਾਲ 'ਚ ਜਾਓ। ਚੱਲ ਭਰਾ ਪੱਤਾ। ਉਹ ਲੋਕ ਤਾਸ਼ ਖੇਡਣ ਵਿੱਚ ਮਸਤ ਹੋ ਗਏ ਤੇ ਮੈਂ ਜਮਨਾ ਪਾਰ ਜਾਣ ਦੀ ਠਾਣ ਲਈ। ਪੁਲ ਪਾਰ ਕਰਨ ਵੇਲੇ ਸੰਤਰੀ ਨੇ ਮੈਨੂੰ ਰੋਕਿਆ। ਬੋਲਿਆ, ਓਏ ਅਵਾਰਾਗਰਦ ਗਧੇ, ਕਿੱਧਰ ਜਾ ਰਹੇ ਹੈ? ਟਾਊਨ ਹਾਲ। ਮੈਂ ਝੱਟ ਉੱਧਰ ਦਿੱਤਾ। ਤੇਰਾ ਮਾਲਕ ਕਿੱਥੇ? ਸੰਤਰੀ ਨੇ ਮੈਨੂੰ ਘੂਰ ਕੇ ਪੁੱਛਿਆ। ਮੈਂ ਕਿਹਾ, ਮੇਰਾ ਮਾਲਕ ਕੋਈ ਨਹੀਂ, ਅੱਜ ਤੋਂ ਮੈਂ ਆਜ਼ਾਦ ਹਾਂ। ਸੰਤਰੀ ਬੋਲਿਆ, ਇਹ ਕਿਵੇਂ ਹੋ ਸਕਦਾ ਹੈ? ਆਜ਼ਾਦੀ ਦਾ ਮਤਲਬ ਇਹ ਥੋੜ੍ਹਾ ਹੈ ਕਿ ਮਲਕੀਅਤ ਵੀ ਖਤਮ ਹੋ ਗਈ। ਤੇਰਾ ਕੋਈ ਨਾ ਕੋਈ ਮਾਲਕ ਜ਼ਰੂਰ ਹੋਏਗਾ ਜਿਸ ਦਾ ਤੂੰ ਹਾਕਮ ਮੰਨਦਾ ਹੈ। ਮੈਂ ਪੁੱਛਿਆ, ਅੱਛਾ ਦੱਸੋ ਤੁਹਾਡਾ ਮਾਲਕ ਕੌਣ ਹੈ? ਅੱਛਾ ਦੱਸੋ ਤੁਹਾਡਾ ਮਾਲਕ ਕੌਣ ਹੈ ਜਿਸ ਦਾ ਤੁਸੀਂ ਹੁਕਮ ਮੰਨਦੇ ਹੋ? ਹੈੱਡ ਕਾਂਸਟੇਬਲ। ਤੇ ਹੈੱਡ ਕਾਂਸਟੇਬਲ ਦਾ ਮਾਲਕ ਕੌਣ ਹੈ? ਇੰਸਪੈਕਟਰ। ਸੰਤਰੀ ਨੇ ਚਿੜ ਕੇ ਕਿਹਾ, ਹੋਰ ਕੌਣ ਹੋ ਸਕਦਾ ਹੈ? ਇੰਸਪੈਕਟਰ ਦੇ ਉੱਤੇ ਡੀਐਸਪੀ, ਡੀਐਸਪੀ ਦੇ ਉੱਤੇ ਸੁਪਰਡੈਂਟ ਪੁਲਿਸ, ਇਸ ਤਰ੍ਹਾਂ ਇੱਕ ਸੰਗਲੀ ਵਜ਼ੀਰ ਤਾਈਂ ਹੈ। ਵਜ਼ੀਰ ਦਾ ਮਾਲਕ ਕੌਣ ਹੈ? ਵਜ਼ੀਰ ਦਾ ਮਾਲਕ ਕੌਣ ਹੈ? ਵਜ਼ੀਰ ਨੂੰ ਸਟੇਟ ਬੈਂਕ ਤੋਂ ਤਨਖਾਹ ਮਿਲਦੀ ਹੈ, ਇਸ ਲਈ ਸਟੇਟ ਬੈਂਕ ਉਸ ਤੋਂ ਵੱਡਾ ਹੋਇਆ। ਤੇ ਸਟੇਟ ਬੈਂਕ ਤੋਂ ਵੱਡਾ ਕੌਣ ਹੈ? ਸਟੇਟ ਬੈਂਕ 'ਚ ਰੁਪਈਆ ਹੁੰਦਾ ਆ। ਸੰਤਰੀ ਨੇ ਹਿਰਕ ਕੇ ਕਿਹਾ, ਇੰਨਾ ਵੀ ਨਹੀਂ ਸਮਝਦਾ, ਸਟੇਟ ਬੈਂਕ ਤੋਂ ਵੱਡਾ ਰੁਪਈਆ ਹੋਇਆ। ਅੱਛਾ ਤਾਂ ਰੁਪਈਏ ਤੋਂ ਵੱਡਾ ਕੌਣ ਹੈ? ਰੁਪਈਏ ਤੋਂ ਵੱਡਾ ਕੌਣ ਹੈ? ਸੰਤਰੀ ਨੇ ਮੇਰਾ ਸਵਾਲ ਸੁਣ ਕੇ ਸਿਰ ਖੁਰਕਿਆ। ਕੁਝ ਛਿਣ ਚੁੱਪ ਰਿਹਾ, ਫਿਰ ਮੇਰੇ ਵੱਲ ਦੇਖ ਕੇ ਬੋਲਿਆ, ਰੁਪਈਏ ਤੋਂ ਵੱਡਾ ਕੌਣ ਹੈ? ਇਹ ਮੇਰੀ ਸਮਝ ਅੱਜ ਤੱਕ ਨਹੀਂ ਆਇਆ। ਤੂੰ ਦੱਸ ਸਕਦਾ ਹੈ? ਸੰਤਰੀ ਨੇ ਮੈਨੂੰ ਹੀ ਪੁੱਛ ਲਿਆ। ਮੈਂ ਕਿਹਾ, ਮੈਂ ਤਾਂ ਇੱਕ ਗਧਾ ਹਾਂ, ਇਸ ਔਖੇ ਸਵਾਲ ਦਾ ਜਵਾਬ ਕਿਵੇਂ ਦੇ ਸਕਦਾ ਹਾਂ? ਹਾਂ, ਜੇ ਤੁਸੀਂ ਮੈਨੂੰ ਟਾਊਨ ਹਾਲ ਜਾਣਦੇ ਹੋ, ਕਿਉਂਕਿ ਮੈਂ ਰਾਮੂ ਧੋਬੀ ਦੀ ਵਿਧਵਾ ਲਈ ਰੁਪਈਏ ਦੀ ਮਦਦ ਲਈ ਜਾ ਰਿਹਾ ਹਾਂ। ਉੱਥੇ ਜਾ ਕੇ ਮੈਨੂੰ ਪਤਾ ਲੱਗ ਗਿਆ ਕਿ ਰੁਪਈਏ ਤੋਂ ਵੱਡਾ ਕੌਣ ਹੈ, ਤਾਂ ਤੁਹਾਨੂੰ ਵਾਪਸ ਆ ਕੇ ਜ਼ਰੂਰ ਦੱਸਾਂਗਾ। ਪੱਕਾ? ਮੰਤਰੀ ਨੇ ਬੜੀ ਬੇਚੈਨੀ ਨਾਲ ਕਿਹਾ। ਬਿਲਕੁਲ ਪੱਕਾ। ਮੈਂ ਵਾਅਦਾ ਕਰਦੇ ਹੋਏ ਕਿਹਾ, ਪਰ ਤੁਸੀਂ ਇੰਨੇ ਬੇਚੈਨ ਕਿਉਂ ਨਜ਼ਰ ਆ ਰਹੇ ਹੋ? ਸੰਤਰੀ ਨੇ ਕਿਹਾ, ਕਿਉਂਕਿ ਜੇ ਅੱਜ ਮੈਨੂੰ ਪਤਾ ਲੱਗ ਜਾਏ ਕਿ ਰੁਪਈਆਂ ਨਾਲੋਂ ਵੱਡਾ ਕੌਣ ਹੈ ਤਾਂ ਮੈਂ ਉਸ ਦੀ ਨੌਕਰੀ ਕਰ ਲਵਾਂਗਾ। ਆਦਮੀ ਹੁਸ਼ਿਆਰ ਜਾਪਦੇ ਹੋ। ਮੈਂ ਸੰਤਰੀ ਦੀ ਤਾਰੀਫ ਕਰਦਿਆਂ ਹੋਇਆਂ ਕਿਹਾ ਤੇ ਲੰਮੀਆਂ ਲਾਂਘਾਂ ਪੁੱਟਦਾ ਹੋਇਆ ਜਮਨਾ ਦੇ ਇਸ ਪਾਰ ਆ ਗਿਆ। ਟਾਊਨ ਹਾਲ ਵਿੱਚ ਵੜਦਿਆਂ ਹੀ ਮੈਂ ਸੋਚਿਆ ਕਿ ਹੁਣ ਕਿਸੇ ਛੋਟੇ-ਮੋਟੇ ਮੁਰਰ ਜਾਂ ਕਲਰਕ ਨਾਲ ਗੱਲ ਕਰਕੇ ਸਮਾਂ ਬਰਬਾਦ ਨਹੀਂ ਕਰਾਂਗਾ। ਸਿੱਧਾ ਜਾ ਕੇ ਕਮੇਟੀ ਦੇ ਚੇਅਰਮੈਨ ਨੂੰ ਮਿਲਣ ਦਾ ਚਾਹਣਾ ਚਾਹੀਦਾ ਹੈ ਤੇ ਉਸ 'ਤੇ ਰੋਹਬ ਪਾਉਣ ਖਾਤਰ ਅੰਗਰੇਜ਼ੀ ਵਿੱਚ ਗੱਲ ਕਰਨੀ ਠੀਕ ਰਹੇਗੀ। ਇਹ ਸੋਚ ਕੇ ਗਧਾ ਇਨਕੁਆਇਰੀ ਵਿੱਚ ਵੜ ਗਿਆ ਤੇ ਕਲਰਕ ਨਾਲ ਬੜੀ ਕੜੀ ਹੋਈ ਅੰਗਰੇਜ਼ੀ ਵਿੱਚ ਗੱਲ ਕਰਦਿਆਂ ਪੁੱਛਿਆ, ਚੇਅਰਮੈਨ ਸਾਹਿਬ ਦਾ ਦਫ਼ਤਰ ਕਿੱਧਰ ਹੈ? ਇਨਕੁਆਇਰੀ ਕਲਰਕ ਇੱਕ ਗਧੇ ਨੂੰ ਅੰਗਰੇਜ਼ੀ 'ਚ ਬੋਲਦਾ ਦੇਖ ਕੇ ਬੌਂਦਲ ਗਿਆ। ਤੁਰੰਤ ਆਪਣੀ ਸੀਟ ਤੋਂ ਉੱਠ ਖੜ੍ਹਾ ਹੋਇਆ ਤੇ ਬੜੇ ਸੱਭੇ ਸੁਰ ਵਿੱਚ ਬੋਲਿਆ, ਹਜ਼ੂਰ 15 ਨੰਬਰ ਕਮਰਾ ਹੈ ਉਹਨਾਂ ਦਾ, ਉੱਪਰ ਲਿਫਟ ਰਾਹੀਂ ਚਲੇ ਜਾਓ। ਉਸ ਨੇ ਇੱਕ ਚਪੜਾਸੀ ਮੇਰੇ ਵੱਲ ਭੇਜ ਦਿੱਤਾ। ਚਪੜਾਸੀ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਸੀ ਪਰ ਚੁੱਪ ਰਿਹਾ। ਚਪੜਾਸੀ ਨੇ ਮੈਨੂੰ ਲਿਫਟਮੈਨ ਦੇ ਹਵਾਲੇ ਕਰ ਦਿੱਤਾ। ਲਿਫਟਮੈਨ ਨੇ ਬੜੇ ਆਦਰ ਸਤਿਕਾਰ ਨਾਲ ਲਿਫਟ ਦਾ ਦਰਵਾਜ਼ਾ ਖੋਲ੍ਹਿਆ। ਮੈਂ ਲਿਫਟ ਵਿੱਚ ਵੜਦਿਆਂ ਹੋਇਆਂ ਦੇਖਿਆ ਲਿਫਟ ਵਿੱਚ ਲਿਖਿਆ ਸੀ 6 ਆਦਮੀਆਂ ਲਈ, ਪਰ ਉਸ ਵੇਲੇ ਮੈਂ ਇਕੱਲਾ ਹੀ ਉਸ ਦੇ ਨਾਲ ਸਫ਼ਰ ਕਰ ਰਿਹਾ ਸਾਂ। ਲਿਫਟਮੈਨ ਨੇ ਬਾਕੀ ਆਦਮੀਆਂ ਨੂੰ ਬਾਹਰ ਹੀ ਰੋਕ ਦਿੱਤਾ ਸੀ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਮਹਿਸੂਸ ਹੋਇਆ ਕਿ ਮੈਂ ਇੱਕ ਗਧਾ ਬਰਾਬਰ ਹੈ 6 ਆਦਮੀਆਂ ਦੇ। ਲਿਫਟਮੈਨ ਨੇ ਉੱਪਰ ਜਾ ਕੇ ਲਿਫਟ ਰੋਕੀ। ਮੈਂ ਬਾਹਰ ਪੱਕੀ ਪੈਰੀ ਤੁਰਦਾ ਹੋਇਆ ਚੇਅਰਮੈਨ ਦੀ ਕੁਰਸੀ ਕਮਰੇ ਅੱਗੇ ਪਹੁੰਚ ਗਿਆ ਤੇ ਬਾਹਰ ਬੈਠੇ ਚਪੜਾਸੀ ਨੇ ਬੜੇ ਰੋਹਬ ਨਾਲ, ਸਾਹਿਬ ਨੂੰ ਕਹੋ ਮਿਸਟਰ ਡੰਕੀ ਆਫ ਬਾਰਾਬਾਂਕੀ ਪਧਾਰੇ ਨੇ। ਧੰਨਵਾਦ। ਬਾਕੀ ਭਾਗ ਅਗਲੇ ਅੰਕ ਵਿੱਚ।